Good morning, dear students. Today we are going to start a new chapter known as wave optics. Wave optics. अगर बच्चे ਅਸੀਂ CBSE ਦੇ ਪੁਆਇੰਟ ਆਫ View ਤੋਂ ਦੇਖੀਏ ਬੋਰਡਸ ਦੇ ਵਿੱਚ ਫਾਈਨਲਸ ਦੇ ਵਿੱਚ ਇਸ ਚੈਪਟਰ ਦੇ ਵਿੱਚੋਂ ਅਪਰੋਕਸ 5 ਮਾਰਕਸ ਦਾ ਜੋ ਪੇਪਰ ਹੈ ਉਹ ਆਪਾਂ ਨੂੰ ਮਿਲਦਾ ਅਪਰੋਕਸ 5 ਬਹੁਤ ਛੋਟਾ ਜਿਹਾ ਚੈਪਟਰ ਹੈ ਬਟ ਬਹੁਤ ਧਿਆਨ ਨਾਲ ਸਮਝਣ ਵਾਲਾ ਚੈਪਟਰ ਹੈ ਲੈਂਗੁਏਜ ਨੂੰ ਸਪੈਸ਼ਲੀ ਇਹਦੇ ਵਿੱਚ ਕੀ ਹੈ ਬਹੁਤ ਧਿਆਨ ਨਾਲ ਆਪਾਂ ਸਮਝਣਾ ਹੈ ਠੀਕ ਹੈ मैं पूरी कोशिश करूँगा कि ਤੁਹਾਨੂੰ ਇਹ ਚੈਪਟਰ ਬਹੁਤ ਅੱਛੇ ਨਾਲ ਤਰੀਕੇ ਦੇ ਨਾਲ ਐਕਸਪਲੇਨ ਕਰਦਾ ਅਗਰ ਬੱਚੇ ਅਸੀਂ ਗੱਲ ਕਰੀਏ ਵੇਵ ਦੀ ਵੇਵ ਦਾ ਮਤਲਬ ਕੀ ਹੁੰਦਾ ਹੈ ਵੇਵ ਦਾ ਮਤਲਬ ਹੁੰਦਾ ਡਿਸਟਰਬੈਂਸ ऑप्टिक्स का मतलब ਕੀ ਹੁੰਦਾ ਹੈ ऑप्टिक्स ਦਾ ਮਤਲਬ ਹੁੰਦਾ ਲਾਈਟ ਐਂਡ ਲਾਈਟ ਮਤਲਬ ਕੀ ਹੈ એનર્ਜੀ ਮੀਨਸ ਅਸੀਂ ਡਿਸਟਰਬੈਂਸ ਦੀ ਗੱਲ ਕਰਨੀ ਹੈ ਕਿਸ ਦੀ ਡਿਸਟਰਬੈਂਸ ਦੀ ਗੱਲ ਕਰਨੀ ਹੈ ਆਨਸਰ ਹੈ ਡਿਸਟਰਬੈਂਸ ਦੇ ਨਾਲ એનર્ਜੀ ਕੀ ਹੈ ਇੱਕ पोजीशन तो दूसरी पोजीशन तक की है ट्रैवल करेगी तो वेव ऑप्टिक्स का मतलब ये हो गया कि जो एनर्जी है वो ट्रैवल कर रही है इन द फॉर्म ऑफ वेव इन द फॉर्म ऑफ वेव जिवें तुसीं इस तरीके दे नाल वेव्स बारे पढ़िया होया दिस इज अ वेव ये वेव होंदी है जिन्होंने थोड़ा जिहा होर अच्छे तरीके नाल बनाईए आपां लाइक दिस इज वेव दिस इज अ क्रेस्ट दिस इज अ ट्रफ ठीक है तो आपां कुछ इस तरीके दे नाल वेव नूं स्टडी करन जा रहे हैं ओके जो लाइट है ना बच्चे लाइट तो बहुत सारिया स्टडीज़ हुई ने अजे भी बहुत सारिया स्टडीज़ चल रही ने बट कुछ परमानेंट यदि अपने को कोई स्टडी नहीं है कोई फिक्स साढ़े को स्टडी नहीं है लाइट की बेसिकली असी दो करैक्टर देखते हैं कि लाइट जो है इट बिहेव्स लाइक अ पार्टिकल एज वेल एज अ वेव दैट्स वाई वी कॉल इट ड्यूल नेचर ये पूरा एक चैप्टर भी ਆਪਾਂ ਤੁਸੀਂ ਕੈਮਿਸਟਰੀ ਦੇ ਵਿੱਚ ਵੀ ਸਟਰਕਚਰ ਆਫ ਐਟਮ ਦੇ ਵਿੱਚ ਡਿਊਲ ਨੇਚਰ ਨੂੰ ਪੜ੍ਹਦੇ ਹੋ ਕਿ ਲਾਈਟ ਹੈਵ ਅ ਡਿਊਲ ਨੇਚਰ ਇਟ ਵਿਲ ਬਿਹੇਵਸ ਲਾਈਕ ਅ ਪਾਰਟੀਕਲ ਐਜ਼ ਵੈਲ ਐਜ਼ ਅ ਵੇਵ ਸਾਡੇ ਕੋਲ ਕੁਝ ਐਕਸਪੈਰੀਮੈਂਟਸ ਨੇ ਜਿਨ੍ਹਾਂ ਦੇ ਵਿੱਚ ਲਾਈਟ ਦੀ ਪਾਰਟੀਕਲ ਨੇਚਰ ਪ੍ਰੂਫ ਹੁੰਦੀ ਹੈ ਜਿਹਦੇ ਵਿੱਚ ਆਪਾਂ ਪੜਾਂਗੇ ਫੋਟੋ ਇਲੈਕਟ੍ਰਿਕ ਇਫੈਕਟ ਤੇ ਕੁਝ ਸਾਡੇ ਕੋਲ ਐਕਸਪੈਰੀਮੈਂਟ ਐਸੇ ਨੇ ਜਿਹਦੇ ਵਿੱਚ ਲਾਈਟ ਦੀ ਕੀ ਹੈ ਕਿਹੜੀ ਨੇਚਰ ਪ੍ਰੂਫ ਹੁੰਦੀ ਹੈ ਆਨਸਰ ਹੈ ਵੇਵ ਨੇਚਰ ਜਿਹੜੀ ਅਸੀਂ ਇਸ ਚੈਪਟਰ 'ਚ ਪੜ੍ਹਨੀ ਹੈ ਜਿਹਦਾ ਟੌਪਿਕ ਦਾ ਨਾਮ ਹੈ ਇੰਟਰਫੇरेंस एंड दूसरा चैप्टर जो है कंसैप्ट वो है डिफ्रैक्शन तो नेचर के बच्चे दोनों ही चीज़ा एग्जिस्ट करदियां ने फोटो इलैक्ट्रिक इफैक्ट भी एग्जिस्ट करते हैं आ दोनों फिनोमिनाज भी एग्जिस्ट करते हैं तो लाइट असीं की सोचा फिर कि लाइट हैव अ ड्यूल करैक्टर लाइट हैव अ ड्यूल करैक्टर इट बिहेव्स लाइक अ पार्टिकल एज वेल एज अ वेव आ फोटो इलैक्ट्रिक इफैक्ट वाला एक अलग तो चैप्टर है फिलहाल जो असीं पढ़न जा रहे हैं वो वेव का चैप्टर पढ़न जा रहे हैं तो ये असीं इंटरफेरेंस से डाइफ्रैक्शन पढ़नी है ठीक है जी नाउ इस वेव की स्टार्टिंग है जो एक टर्म तो होंगी है जिन्होंने असीं बोलते हैं वेव फ्रंट हम सर ये वेव फ्रंट की होंगे देखो समझो सपोज करो कि अपने को इत्थे एक वाटर है लेट अस कंसीडर दिस इज अ वाटर ठीक है जी हुण इस वाटर के बच्चे तुसीं की है किसी भी एक लोकेशन के उपर डिस्टरबेंस क्रिएट करती सपोज इस साइड ਆਪਾਂ ਦੇਖਦੇ ਹਾਂ ਨਾ ਇਸ ਵਾਟਰ ਦੇ ਅਰਾਊਂਡ ਕੁਝ ਇਸ ਤਰ੍ਹਾਂ ਦੇ ਤੁਸੀਂ ਸਰਕਲ ਦੇਖੇ ਹੋਣਗੇ ਸਰਫੇਸ ਦੇ ਉੱਪਰ ਬਣ ਜਾਂਦੇ ਨੇ ਜਿਨ੍ਹਾਂ ਨੂੰ ਬੋਲਿਆ ਜਾਂਦਾ ਬੱਚੇ ਰਿਪਲਸ ਤਾਂ ਐਕਚੁਅਲੀ ਹਾਈਜਨਸ ਸੀਗੇ ਉਹਨਾਂ ਨੇ ਇਹਨਾਂ ਸਰਫੇਸਿਸ ਨੂੰ ਕੀ ਨਾਮ ਦਿੱਤਾ ਵੇਵ ਫਰੰਟ ਉਹ ਇਹ ਕਹਿ ਰਹੇ ਨੇ ਕਿ ਜਿਹੜੀ એનર્ਜੀ ਹੈ ਸਪੋਜ਼ ਤੁਸੀਂ ਡਿਸਟਰਬੈਂਸ ਇੱਥੇ ਕ੍ਰੀਏਟ ਕੀਤੀ ਤਾਂ ਇਹ ਸੋਰਸ ਹੋ ਗਿਆ ਕਿ એનર્ਜੀ ਇਸ ਤਰੀਕੇ ਦੇ ਨਾਲ ਹਰ ਇੱਕ ਡਾਇਰੈਕਸ਼ਨ ਦੇ ਵਿੱਚ ਕੀ ਹੈ ਟ੍ਰਾਂਸਮਿਟ ਹੋ ਰਹੀ ਹੈ ਇਨ ਦਾ ਫਾਰਮ ਆਫ ਵੇਵ ਫਰੰਟਸ ਲਾਈਕ ਦਿਸ ਹਰ ਇੱਕ ਡਾਇਰੈਕਸ਼ਨ ਦੇ ਵਿੱਚ એનર્ਜੀ ਟ੍ਰਾਂਸਫਰ ਹੋ ਰਹੀ ਹੈ ਹੁਣ ਜਿਹੜੀ ਆਪਾਂ ਇਹ ਲਾਈਨਸ ਡਰਾ ਕਰਦੇ ਹਾਂ ਬੱਚੇ ਐਕਚੁਅਲੀ ਇਹ ਕੀ ਨੇ ਇਹ ਵੇਵਸ ਨੇ ਜਿਹੜੀਆਂ ਲਾਈਨਸ ਮੈਂ ਡਰਾ ਕਰ ਰਿਹਾ ਇਹ ਕੀ ਰਿਪਰੈਜ਼ੈਂਟ ਕਰਦੀ ਹੈ ਇਹ ਰਿਪਰੈਜ਼ੈਂਟ ਕਰਦੀ ਹੈ ਇੱਕ ਵੇਵ ਨੂੰ फिर सर तुसी वेव इस तरीके नाल क्यों नहीं ड्रॉ की वो भी मैं आंसर करदा ठीक है तो पहला वेव फ्रंट में समझो हाइजन्स ने की बोलिया कहते
ਜਦੋਂ ਵੀ ਤੁਸੀਂ ਕਿਸੇ ਇੱਕ ਪੁਆਇੰਟ ਦੇ ਉੱਪਰ ਡਿਸਟਰਬੈਂਸ ਕ੍ਰੀਏਟ ਕਰਦੇ ਹੋ ਤਾਂ ਉਹ ਡਿਸਟਰਬੈਂਸ ਉਸ ਪੁਆਇੰਟ ਦੇ ਸਰਾਊਂਡਿੰਗ ਦੇ ਵਿੱਚ ਫੈਲ ਜਾਂਦੀ ਹੈ ਇਨ ਦਾ ਫਾਰਮ ਆਫ ਸਰਫੇਸਿਸ। ਇਹ ਸਰਫੇਸਿਸ ਨੂੰ ਉਹਨੇ ਕੀ ਬੋਲਿਆ? ਵੇਵ ਫਰੰਟ। ਹੁਣ ਵਾਟਰ ਦੇ ਸਰਫੇਸ ਤੇ ਇਹ ਇੱਕ ਆਪਾਂ ਨੂੰ ਸਰਕਲ ਨਜ਼ਰ ਆਉਂਦਾ ਹੈ, ਬਟ ਅਗਰ ਤੁਸੀਂ ਇਸ ਸੋਰਸ ਨੂੰ ਅਜ਼ਿਊਮ ਕਰੋ ਕਿ ਇਹ ਲਾਈਟ ਦਾ ਇੱਕ ਸੋਰਸ ਹੈ, ਕਿਉਂਕਿ ਆਪਾਂ ਲਾਈਟ ਬਾਰੇ ਪੜ੍ਹਨਾ ਹੈ, ਤਾਂ ਲਾਈਟ ਅਗਰ ਰੂਮ ਦੇ ਵਿੱਚ ਤੁਸੀਂ ਇੱਕ ਬਲਬ ਨੂੰ ਗਲੋ ਕਰ ਰਹੇ ਹੋ ਤਾਂ ਉਹ ਬਲਬ ਦੀ ਲਾਈਟ ਰੂਮ ਦੀ ਹਰ ਇੱਕ ਡਾਇਰੈਕਸ਼ਨ ਵੱਲ ਜਾਂਦੀ ਹੈ, ਠੀਕ ਹੈ। ਤਾਂ ਉੱਥੇ ਬੱਚੇ ਫਿਰ ਇਹ ਜਿਹੜੇ ਸਰਫੇਸਿਸ ਨੇ ਇਹ ਸਰਕਲ ਨਹੀਂ ਬਣਦੇ, ਇਹ ਕੀ ਬਣਦੇ ਨੇ? ਇਹ ਬਣਦੇ ਨੇ ਸਫੈਰੀਕਲ। ਸਫੈਰੀਕਲ ਮਤਲਬ ਜਿਹੜੀ ਵੇਵ ਫਰੰਟਸ ਦੀ ਜੋ ਸਟਰਕਚਰ ਬਣਦੀ ਹੈ ਉਹ ਕੀ ਬਣਦੀ ਹੈ? ਸਫੈਰੀਕਲ ਬਣਦੀ ਹੈ। ਕਿਸ ਦੇ ਲਈ? ਆਨਸਰ ਹੈ ਫॉर ਅ ਪੁਆਇੰਟ ਸੋਰਸ। ਜਿਵੇਂ ਤੁਸੀਂ ਜੁਗਨੂ ਦੇਖਿਆ ਹੋਊਗਾ, ਹੈ ਨਾ, ਹੁੰਦਾ ਨਾ ਛੋਟਾ ਜਿਹਾ ਇੱਕ ਮਤਲਬ ਜੀਵ ਕਹਿ ਸਕਦੇ ਆਪਾਂ, ਨਾਈਟ ਦੇ ਵਿੱਚ ਉਹ ਗਲੋ ਕਰਦਾ, ਬਹੁਤ ਛੋਟਾ ਜਿਹਾ ਹੁੰਦਾ, ਸਭ ਨੇ ਦੇਖਿਆ ਹੁੰਦਾ, ਉਹ ਜੁਗਨੂ ਬੋਲਦੇ ਆ ਉਹਨੂੰ। ਮਤਲਬ ਉਹ ਇੱਕ ਪੁਆਇੰਟ ਸੋਰਸ ਹੈ ਲਾਈਟ ਦਾ। ਜਦੋਂ ਤੁਸੀਂ ਰਾਤ ਨੂੰ ਉਹਦੇ ਅਰਾਊਂਡ ਲਾਈਟ ਦੇਖੋਗੇ ਨਾ, ਤੁਹਾਨੂੰ ਉਹਦੇ ਪੂਰੇ ਅਰਾਊਂਡ ਹਰ ਇੱਕ ਜਗ੍ਹਾ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਊਗੀ? ਲਾਈਟ ਨਜ਼ਰ ਆਊਗੀ। ਤਾਂ ਉਹ ਕੀ ਹੈ? ਵੇਵ ਫਰੰਟ ਹੈ। ਸਰ ਅਗਰ ਇਹ ਵੇਵ ਹੈ ਜਿਹੜੀ ਆਪਾਂ ਸਟ੍ਰੇਟ ਲਾਈਨ 'ਚ ਡਰਾਅ ਕੀਤੀ ਹੈ ਨਾ, ਤਾਂ ਫਿਰ ਉਹਨੂੰ ਤੁਸੀਂ ਲਾਈਕ ਅ ਵੇਵ ਕ੍ਰੈਸਟ ਤੇ ਟਰਫ ਦੇ ਵਿੱਚ ਕਿਉਂ ਨਹੀਂ ਬਣਾਇਆ, ਹੈ ਨਾ? ਤਾਂ ਉਹ ਵੀ ਆਪਾਂ ਦੇਖਦੇ ਹਾਂ। ਦੇਖੋ ਐਕਚੁਅਲੀ ਮੈਂ ਤੁਹਾਨੂੰ ਇੱਕ ਵੇਵ ਬਣਾ ਕੇ ਦਿਖਾਉਣਾ, ਐਵੇਂ ਵੇਵ ਬਣੇਗੀ, ਠੀਕ ਹੈ। ਅਗਰ ਆਪਾਂ ਇੱਥੇ ਦੇਖੀਏ ਤਾਂ ਕੁਛ ਇਸ ਤਰੀਕੇ ਦੀ ਵੇਵ ਬਣਾਵਾਂਗੇ, ਕੁਛ ਇਸ ਤਰੀਕੇ ਦੀ ਵੇਵ, ਹੈ ਨਾ। ਐਕਚੁਅਲੀ ਇਹ ਵੇਵਜ਼ ਹੀ ਨੇ, ਬਟ ਇੱਕ ਚੀਜ਼ ਸਮਝੋ ਬੱਚੇ, ਜੋ ਲਾਈਟ ਹੈ ਨਾ, ਜੋ ਆਪਾਂ ਲਾਈਟ ਪੜ੍ਹਦੇ ਹਾਂ, ਲਾਈਟ ਦੀ ਜੋ ਐਨਰਜੀ ਹੈ ਉਹ ਕੀ ਹੈ? ਉਹ ਬਹੁਤ ਹਾਈ ਹੈ। ਤੇ ਇੱਕ ਰਿਲੇਸ਼ਨ ਅਸੀਂ ਸਾਰੇ ਜਾਣਦੇ ਹਾਂ, E ਇਕੁਅਲ ਟੂ H ਨਿਊ। ਕੈਮਿਸਟਰੀ 'ਚ ਵੀ ਤੁਸੀਂ ਪੜ੍ਹਿਆ ਹੋਊਗਾ, ਇਹਨੂੰ ਬੋਲਦੇ ਆ ਪਲੈਂਕਸ ਰਿਲੇਸ਼ਨ। ਕੀ ਬੋਲਦੇ ਆ? ਪਲੈਂਕਸ ਰਿਲੇਸ਼ਨ। ਪਲੈਂਕ ਇੱਕ ਪਰਸਨ ਦਾ ਨਾਮ ਹੈ ਜਿਹਨੇ ਰਿਲੇਸ਼ਨ ਬਣਾਇਆ ਸੀਗਾ, ਜਿਹਦੇ ਵਿੱਚੋਂ H ਹੈ ਜਿਹੜਾ, ਇਹਨੂੰ ਬੋਲਦੇ ਸੀ ਪਲੈਂਕਸ ਕੌਨਸਟੈਂਟ। ਪਲੈਂਕਸ ਕੌਨਸਟੈਂਟ ਜਿਹਦੀ ਵੈਲਿਊ ਬੱਚੀ ਹੁੰਦੀ ਹੈ 6.6 × 10⁻34 ਜੂਲ ਸੈਕਿੰਡ। ਤਾਂ ਇਹ ਰਿਲੇਸ਼ਨ ਕੀ ਕਹਿ ਰਿਹਾ ਕਿ ਜੋ ਐਨਰਜੀ ਹੈ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫਰੀਕੁਐਂਸੀ। ਮਤਲਬ ਜਿਸ ਦੀ ਐਨਰਜੀ ਜ਼ਿਆਦਾ ਹੋਏਗੀ ਇਹਦਾ ਮਤਲਬ ਉਹਦੀ ਫਰੀਕੁਐਂਸੀ ਵੀ ਕੀ ਹੋਏਗੀ? ਜ਼ਿਆਦਾ ਹੋਏਗੀ। ਐਂਡ ਵੀ ਆਲਸੋ ਨੋ ਦੈਟ ਜੋ ਇੱਕ ਰਿਲੇਸ਼ਨ ਅਸੀਂ ਪੜ੍ਹਦੇ ਸੀਗੇ, C ਇਜ਼ ਇਕੁਅਲ ਟੂ ਨਿਊ ਲੈਮਡਾ। +1 ਦੇ ਵਿੱਚ ਸਾਰੇ ਰਿਲੇਸ਼ਨ ਤੁਸੀਂ ਪੜ੍ਹੇ ਹੋਏ ਨੇ। C ਕੀ ਹੈ? ਸਪੀਡ। ਕਿਸ ਦੀ ਸਪੀਡ? ਆਨਸਰ ਹੈ ਲਾਈਟ ਦੀ ਸਪੀਡ। ਸਪੀਡ ਆਫ ਲਾਈਟ ਇਜ਼ ਇਕੁਅਲ ਟੂ ਫਰੀਕੁਐਂਸੀ ਇਨਟੂ ਵੇਵਲੈਂਥ। ਆਹ ਰਿਲੇਸ਼ਨ ਤੁਸੀਂ ਪੜ੍ਹਿਆ। ਤੇ ਇਸ ਰਿਲੇਸ਼ਨ ਤੋਂ ਸਾਨੂੰ ਇਹ ਸਮਝ ਲੱਗਦਾ ਹੈ ਕਿ ਦੇਖੋ ਲਾਈਟ ਦੀ ਸਪੀਡ ਤਾਂ ਕਾਂਸਟੈਂਟ ਹੈ, C ਤਾਂ ਕਾਂਸਟੈਂਟ ਹੈ ਫॉर अ पर्टिकुलर मीडियम, सो वी कैन राइट इट एज कांस्टेंट इक्वल टू न्यू लैम्डा। सो न्यू इज इनवर्सली प्रोपोर्शनल टू ਕੀ ਹੋਗਾ ਬੱਚੇ? ਲੈਮਡਾ। ਇਹਦਾ ਮਤਲਬ ਕੀ ਹੈ ਕਿ ਜਿਸ ਦੀ ਐਨਰਜੀ ਬਹੁਤ ਜ਼ਿਆਦਾ ਹੋਏਗੀ ਉਸ ਦੀ ਵੇਵਲੈਂਥ ਬੱਚੇ ਕੀ ਹੋਏਗੀ? ਬਹੁਤ ਘੱਟ ਹੋਏਗੀ। ਹੁਣ ਆਪਾਂ ਕੋਰਿਲੇਟ ਕਰੀਏ, ਐਨਰਜੀ ਲਾਈਟ ਦੀ ਬਹੁਤ ਜ਼ਿਆਦਾ ਹੈ ਤਾਂ ਉਹਦੀ ਫਰੀਕੁਐਂਸੀ ਵੀ ਕੀ ਹੈ? ਬਹੁਤ ਜ਼ਿਆਦਾ ਹੋਏਗੀ, ਬਟ ਉਸ ਦੀ ਵੇਵਲੈਂਥ ਕੀ ਹੈ? ਬਹੁਤ ਘੱਟ ਹੋਏਗੀ। ਵੇਵਲੈਂਥ ਕੀ ਹੁੰਦੀ ਸੀਗੀ? ਵੇਵਲੈਂਥ ਹੁੰਦੀ ਸੀਗੀ ਕਿੰਨਾ ਡਿਸਟੈਂਸ ਇੱਕ ਵੇਵ ਟਰੈਵਲ ਕਰਦੀ ਹੈ, ਲਾਈਕ ਦਿਸ। ਅਗਰ ਵੇਵਲੈਂਥ ਬਹੁਤ ਛੋਟੀ ਹੈ ਤਾਂ ਬੱਚੇ ਫਿਰ ਆਪਾਂ ਵੇਵ ਨੂੰ ਕੁਛ ਐਂ ਬਣਾਵਾਂਗੇ ਨਾ, ਲਾਈਕ ਦਿਸ। ਤੇ ਸਾਨੂੰ ਤਕਰੀਬਨ ਕੀ ਨਜ਼ਰ ਆਉਂਦੀ ਹੈ? ਸਟ੍ਰੇਟ। ਤਾਂ ਕਰਕੇ ਅਸੀਂ ਇਹਨੂੰ ਸਟ੍ਰੇਟ ਬਣਾਵਾਂਗੇ ਇਹਦੇ ਵਿੱਚ। ਆਈ ਹੋਪ ਤੁਹਾਨੂੰ ਇਹ ਗੱਲ ਕਲੀਅਰ ਹੋਊਗੀ। ਠੀਕ ਹੈ ਜੀ। ਤਾਂ ਵੇਵ ਫਰੰਟ ਕੀ ਹੈ? ਵੇਵ ਫਰੰਟ ਇੱਕ ਸਰਫੇਸ ਦਾ ਨਾਮ ਹੈ ਜਿਹੜਾ ਹਾਈਜ਼ਨਸ ਨੇ ਇੱਕ ਇਮੈਜਨਰੀ ਸਰਫੇਸ ਕੰਸੀਡਰ ਕੀਤਾ, ਠੀਕ ਹੈ। ਹੁਣ ਇਸ ਸਰਫੇਸ ਮਤਲਬ ਕੋਈ ਵੀ ਸਰਫੇਸ ਨੂੰ ਤੁਸੀਂ ਵੇਵ ਫਰੰਟ ਨਹੀਂ ਬੋਲ ਸਕਦੇ, ਠੀਕ ਹੈ। ਤੁਹਾਡੇ ਕੋਲ ਕੀ ਹੈ? ਇੱਕ ਪਾਰਟਿਕੂਲਰ ਕੰਡੀਸ਼ਨਸ ਵਾਲਾ ਇੱਕ ਸਰਫੇਸ ਕੰਸੀਡਰ ਕਰਨਾ ਪਊਗਾ ਜਿਹਨੂੰ ਅਸੀਂ ਵੇਵ ਫਰੰਟ ਬੋਲਾਂਗੇ। ਉਹਦੀ ਐਗਜ਼ੈਕਟ ਡੈਫੀਨੇਸ਼ਨ ਕੀ ਹੈ ਉਹ ਸਮਝਦੇ ਹਾਂ, ਇੱਥੇ ਸਮਝਾ ਰਿਹਾ ਮੈਂ। ਤਾਂ ਐਕਚੁਅਲੀ ਬੱਚੇ ਵੇਵ ਫਰੰਟ ਦੀ ਜੇ ਆਪਾਂ ਐਗਜ਼ੈਕਟ ਗੱਲ ਕਰੀਏ, ਐਗਜ਼ੈਕਟ ਡੈਫੀਨੇਸ਼ਨ ਦੀ ਗੱਲ ਕਰੀਏ, ਤਾਂ ਪਹਿਲਾਂ ਮੈਂ ਰਾਈਟ ਕਰ ਰਿਹਾ ਫਿਰ ਤੁਹਾਨੂੰ ਸਮਝਾਉਣਾ ਹੈ ਕਿ ਵੇਵ ਫਰੰਟ ਕੀ ਹੁੰਦਾ। ਇਟ ਇਜ਼ ਅ ਲੋਕਸ ਆਫ all particles which are vibrating in same phase, ਲੋਕਸ ਮੀਨਿੰਗ ਕੀ ਹੁੰਦਾ? ਲੋਕਸ ਮਤਲਬ ਹੁੰਦਾ ਬੱਚੇ ਇੱਕ ਸਰਫੇਸ, ਇੱਕ ਪਲੇਨ ਤੁਸੀਂ ਕਹਿ ਸਕਦੇ, ਇੱਕ ਐਸਾ ਸਰਫੇਸ ਜਿੱਥੇ ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਪਾਰਟੀਕਲਸ ਦੀ ਗੱਲ ਕਰ ਰਹੇ ਹੋ। ਕਿਹੜੇ ਪਾਰਟੀਕਲ? ਜਿਹੜੇ ਵਾਈਬਰੇਟ ਕਰ ਰਹੇ ਨੇ ਸੇਮ ਫੇਜ਼ ਦੇ ਵਿੱਚ। ਸੇਮ ਫੇਜ਼ ਦਾ ਮਤਲਬ ਹੁੰਦਾ ਸੀ ਐਂਗਲ, ਠੀਕ ਹੈ। ਮਤਲਬ ਸੇਮ ਫੇਜ਼ ਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਫੇਜ਼ ਦਾ ਡਿਫਰੈਂਸ ਹੈ, ਜੋ ਐਂਗਲ ਦਾ ਡਿਫਰੈਂਸ ਉਹਨਾਂ ਪਾਰਟੀਕਲਸ ਵਿਚਕਾਰ ਕਿੰਨਾ ਹੋਊਗਾ? 0 ਹੋਏਗਾ। ਹੁਣ ਕਿਵੇਂ ਸਮਝੋ ਇਸ ਚੀਜ਼ ਨੂੰ? ਦੇਖੋ ਜਿਵੇਂ ਆਹ ਡਾਇਗਰਾਮ ਤੁਹਾਨੂੰ ਨਜ਼ਰ ਆ ਰਹੀ ਹੈ, ਇਸ ਡਾਇਗਰਾਮ ਦੇ ਵਿੱਚ ਅਗਰ ਬੱਚੇ ਅਸੀਂ ਮਾਰਕ ਕਰੀਏ, ਦੇਖੋ ਸੈਂਟਰ ਤੇ ਤਾਂ ਆਪਾਂ ਇੱਥੋਂ ਵੇਵ ਸਟਾਰਟ ਹੋ ਰਹੀ ਹੈ। ਜਦੋਂ ਹਾਫ ਵੇਵ ਕੰਪਲੀਟ ਹੋ ਜਾਂਦੀ ਹੈ ਤਾਂ ਇੱਥੇ ਆਪਣੇ ਕੋਲ ਕਿੰਨਾ ਫੇਜ਼ ਬਣਦਾ? ਪਾਈ। ਇੱਥੇ ਵੀ ਕਿੰਨਾ ਐਂਗਲ ਬਣ ਰਿਹਾ ਹੋਊਗਾ? ਪਾਈ। ਇੱਥੇ ਵੀ ਕਿੰਨਾ ਐਂਗਲ ਬਣ ਰਿਹਾ ਹੋਊਗਾ? ਪਾਈ। ਇੱਥੇ ਵੀ ਅਗਰ ਕੋਈ ਵੇਵ ਬਣਾਵਾਂਗੇ ਆਪਾਂ ਲਾਈਕ ਦਿਸ, ਕਿੰਨਾ ਐਂਗਲ ਬਣੇਗਾ? ਪਾਈ।
ਇੱਥੇ ਵੀ ਇੱਕ ਵੇਵ ਦੀ ਕ੍ਰੈਸਟ ਬਣਾਵਾਂਗੇ ਤਾਂ ਕਿੰਨਾ ਐਂਗਲ ਬਣੇਗਾ ਪਾਈ। ਇੱਥੇ ਵੀ ਅਗਰ ਇੱਕ ਵੇਵ ਬਣਾਓਗੇ ਤਾਂ ਪਾਈ, ਠੀਕ ਹੈ। ਇੱਥੇ ਵੀ ਤੁਸੀਂ ਅਗਰ ਕੋਈ ਵੇਵ ਬਣਾਓਗੇ ਤਾਂ ਕਿੰਨਾ ਬਣੇਗਾ ਪਾਈ। ਤਾਂ ਸਭ ਕਿਤੇ ਕੀ ਬਣ ਰਿਹਾ, ਸਾਰੇ ਕਿਤੇ ਜਿਹੜਾ ਐਂਗਲ ਹੈ ਬੱਚੋ ਕਿੰਨਾ ਬਣ ਰਿਹਾ, ਪਾਈ ਪਾਈ ਐਂਗਲ ਬਣ ਰਿਹਾ। ਮਤਲਬ ਫਿਰ ਅਸੀਂ ਕੀਤਾ ਇਸ ਪਾਈ ਵਾਲੇ ਫੇਸ ਦੇ ਸਰਫੇਸ ਨੂੰ ਕੀ ਕਰਤਾ, ਇੱਕ ਜੁਆਇਨ ਕਰਤਾ। ਜੁਆਇਨ ਕਰਕੇ ਸਾਡੇ ਕੋਲ ਕੀ ਆ ਗਿਆ, ਇੱਕ ਸਰਫੇਸ। ਉਸ ਸਰਫੇਸ ਦਾ ਨਾਮ ਕੀ ਹੋ ਗਿਆ, ਵੇਵ ਫਰੰਟ। ਹੁਣ ਇਸ ਵੇਵ ਫਰੰਟ ਦੇ ਉੱਪਰ ਤੁਸੀਂ ਜਿੰਨੇ ਮਰਜ਼ੀ ਪਾਰਟੀਕਲਸ ਕੰਸੀਡਰ ਕਰ ਲਓ, ਜਿਹੜੇ ਕੀ ਹੈ એનર્ਜੀ ਕੇ ਕੈਰੀ ਫਾਰਵਰਡ ਕਰਦੇ ਆ, ਮਤਲਬ ਸੋਰਸ ਤੋਂ એનર્ਜੀ ਫਸਟ ਪਾਰਟੀਕਲ ਨੂੰ ਮਿਲਦੀ ਹੈ, ਫਸਟ ਟੂ ਨੈਕਸਟ ਪਾਰਟੀਕਲ, ਨੈਕਸਟ ਟੂ ਨੈਕਸਟ। ਇਹ ਸਾਰੇ ਦੇ ਸਾਰੇ ਪਾਰਟੀਕਲ ਸੇਮ ਫੇਜ਼ ਦੇ ਵਿੱਚ ਕੀ ਕਰ ਰਹੇ ਨੇ, ਵਾਈਬਰੇਟ ਕਰ ਰਹੇ ਨੇ। ਵਾਈਬਰੇਟ ਕਿਉਂ ਕਰ ਰਹੇ ਨੇ, ਕਿਉਂਕਿ ਇਹਨਾਂ ਕੋਲ એનર્ਜੀ, ਸੋਰਸ ਨੇ એનર્ਜੀ ਫਸਟ ਪਾਰਟੀਕਲ ਨੂੰ ਦੇਤੀ। ਸਪੋਜ਼ ਦਿਸ ਇਜ਼ ਅ ਫਸਟ ਪਾਰਟੀਕਲ ਜੋ ਸੋਰਸ ਦੇ ਬਿਲਕੁਲ ਨਜ਼ਦੀਕ ਬੈਠੇ। ਫਿਰ ਫਸਟ ਪਾਰਟੀਕਲ एनर्जी ਕਿਹਨੂੰ ਕੈਰੀ ਫਾਰਵਰਡ ਕਰਨੀ, ਸੈਕਿੰਡ ਨੂੰ, ਸੈਕਿੰਡ ਤੋਂ ਥਰਡ, ਥਰਡ ਟੂ ਫੋਰਥ, ਇਨ ਆਲ ਡਾਇਰੈਕਸ਼ਨਸ। ਇਸ ਤਰੀਕੇ ਨਾਲ ਚੱਲਦਾ। ਤਾਂ ਵਾਟ ਇਜ਼ ਅ ਵੇਵ ਫਰੰਟ? ਆਂਸਰ ਇਟ ਇਜ਼ ਅ ਲੋਕਸ ਆਫ ਆਲ ਪਾਰਟੀਕਲਸ ਵਿਚ ਆਰ ਵਾਈਬਰੇਟਿੰਗ ਇਨ ਸੇਮ phase। or what is the phase difference between the particles on a given wavefront? answer है 0। ठीक है जी, आई होप ये ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਇਹਦੇ ਵਿੱਚ ਕੁਐਸਚਨ ਕੀ ਬਣਦਾ, ਇੱਕ ਤਾਂ ਕੁਐਸਚਨ ਤਾਂ ਇੱਕ ਤਾਂ ਇਹੀ ਬਣ ਸਕਦਾ ਬੱਚੇ ਕਿ ਡਿਫਾਈਨ wavefront and write the value of phase difference between the particles on a given wavefront। ਤਾਂ ਵੇਵਫਰੰਟ ਦੀ ਡੈਫੀਨੇਸ਼ਨ ਮੈਂ ਤੁਹਾਨੂੰ ਲਿਖਾਤੀ। ਫੇਸ ਡਿਫਰੈਂਸ ਕਿਸੇ ਵੀ ਗਿਵਨ ਵੇਵਫਰੰਟ ਦੇ ਉੱਪਰ ਕਿੰਨਾ ਹੋਏਗਾ, 0, ਕਿਉਂਕਿ ਸਾਰੇ ਦਾ ਫੇਸ ਕੀ ਹੋਏਗਾ, ਸੇਮ ਹੋਏਗਾ। ਠੀਕ। ਫਿਰ ਇਸ ਤੋਂ ਇਲਾਵਾ ਬੱਚੇ ਕੁਐਸਚਨਸ ਕੀ ਹੁੰਦੇ ਨੇ, ਕੁਐਸਚਨਸ ਹੁੰਦੇ ਨੇ ਵੇਵਫਰੰਟ ਡਰਾ ਕਰਨੇ। ਜਿਵੇਂ ਕੁਐਸਚਨ ਆ ਗਿਆ ਕਿ ਡਰਾ ਵੇਵਫਰੰਟ ਫॉर अ पॉइंट सोर्स, जो आप हम कर भी चुके हैं, दोबारा फिर करा लो। चलो, पॉइंट सोर्स का पॉइंट सोर्स, आंसर है लाइट का पॉइंट सोर्स ऑफ लाइट। ठीक है, अंडरस्टूड है, ध्यान ਨਾਲ समझ लो भी लाइट दी आओ, भी लाइट ਦੀ ਆਪਾਂ ਗੱਲ ਕਰਦੇ ਹਾਂ। ਤਾਂ ਜਿਵੇਂ ਬੱਚੇ ਆਪਾਂ ਤੁਹਾਨੂੰ ਕੀ ਦੱਸਿਆ ਹੁਣ, ਅਗਰ ਇੱਕ ਪੋਜ਼ਿਟਿਵ ਚਾਰਜ ਹੈ, ਸੌਰੀ ਚਾਰਜ ਦਿਮਾਗ ਦੇ ਵਿੱਚ ਆ ਰਿਹਾ, ਸਪੋਜ਼ ਇੱਕ ਕੀ ਹੈ, ਸੋਰਸ ਆਫ ਲਾਈਟ ਹੈ, ਬਹੁਤ ਛੋਟਾ ਜਿਹਾ ਇੱਕ ਸੋਰਸ ਆਫ ਲਾਈਟ ਹੈ। ਤਾਂ ਆਪਾਂ ਨੂੰ ਪਤਾ ਬੱਚੇ ਇਹ ਜਿਹੜਾ ਸੋਰਸ ਆਫ ਲਾਈਟ ਹੈ ਹਰ ਇੱਕ ਡਾਇਰੈਕਸ਼ਨ ਦੇ ਵੱਲ ਕੀ ਕਰਦਾ, ਲਾਈਟ ਨੂੰ ਐਮਿਟ ਕਰਦਾ। ਸੋ ਇਟ ਲਾਈਟ ਗੋਜ਼ ਲਾਈਕ ਦੈਟ। And in this direction एक काम हो गया था, नो सिंपली बनाना था। in this direction, ठीक है जी, in this direction, ਇਹ ਆਪਾਂ ਕੀ ਰਿਪਰੈਜ਼ੈਂਟ ਕਰ ਰਹੇ ਹਾਂ, ਇਹ ਰਿਪਰੈਜ਼ੈਂਟ ਕਰ ਰਹੇ ਹਾਂ ਵੀ એનર્ਜੀ ਜਿਹੜੀ ਕਿਸ ਡਾਇਰੈਕਸ਼ਨ ਵੱਲ ਟ੍ਰਾਂਸਫਰ ਹੋ ਰਹੀ ਹੈ। ਹੁਣ ਇਹਨਾਂ ਦੇ ਉੱਪਰ ਕੀ ਬਣਾਉਣੇ ਆਪਾਂ, ਵੇਵ ਫਰੰਟ ਬਣਾਉਣੇ ਆ। ਤਾਂ ਦੇਖੋ ਆਪਾਂ ਨੂੰ ਪਤਾ ਬੱਚੇ ਇਹ ਲਾਈਟ ਹੈ, ਤਾਂ ਲਾਈਟ ਦੀ ਸਪੀਡ ਹੈਗੀ c, ਤੇ ਫਾਰਮੂਲਾ ਸਾਨੂੰ ਇਹ ਪਤਾ ਵੀ ਜੋ ਡਿਸਟੈਂਸ ਹੈ ਨਾ, ਡਿਸਟੈਂਸ ਮੰਨ ਲਓ x ਇਕੁਅਲ ਟੂ ਕੀ ਹੁੰਦਾ, ਸਪੀਡ ਇਨਟੂ ਟਾਈਮ। ਆਹ ਫਾਰਮੂਲਾ ਤਾਂ ਸਭ ਨੇ ਪੜ੍ਹਿਆ। c ਰਿਪਰੈਜ਼ੈਂਟ ਕਰ ਰਿਹਾ ਤੇ ਸਪੀਡ ਆਫ ਲਾਈਟ ਨੂੰ। ਤਾਂ ਬੱਚੇ ਅਗਰ ਕਿਸੇ ਟਾਈਮ t ਦੇ ਉੱਪਰ ਲਾਈਟ ਦੀ ਜਿਹੜੀ ਚੱਲਣ ਦੀ ਜੋ ਸਪੀਡ ਹੈ ਉਹ ਹੈਗੀ c, ਤਾਂ c ਇਨਟੂ t ਉਹਨੇ ਕੁਛ ਡਿਸਟੈਂਸ ਟਰੈਵਲ ਕਰਨਾ। ਕਿੰਨਾ ਡਿਸਟੈਂਸ ਹੈ, ਸਪੋਜ਼ x। ਤਾਂ ਸਪੋਜ਼ ਸੋਰਸ ਤੋਂ ਇਸ ਸਾਈਡ ਰਾਈਟ ਹੈਂਡ ਸਾਈਡ એનર્ਜੀ ਟ੍ਰਾਂਸਫਰ ਹੋ ਗਈ ਇਸ ਪੁਆਇੰਟ ਤੱਕ, ਤੇ ਉਹਨੇ ਕਿੰਨਾ ਡਿਸਟੈਂਸ ਟਰੈਵਲ ਕੀਤਾ, ਸਪੋਜ਼ x। ਹੁਣ ਬੱਚੇ ਅਗਰ ਅਸੀਂ ਇਸ ਡਾਇਰੈਕਸ਼ਨ ਵੱਲ ਦੇਖਾਂਗੇ ਤਾਂ ਵੀ ਤਾਂ ਉਹ ਕੀ ਹੈ, ਕਿੰਨਾ ਡਿਸਟੈਂਸ ਟਰੈਵਲ ਕਰੇਗੀ, x। ਕਿਉਂ? ਕਿਉਂਕਿ ਸਪੀਡ ਵੀ ਸੇਮ ਹੈ, ਟਾਈਮ ਵੀ ਸੇਮ ਹੈ। ਸੇਮ ਟਾਈਮ 'ਤੇ ਦੇਖ ਰਹੇ ਆਪਾਂ। ਸੇਮ ਟਾਈਮ 'ਤੇ ਕਿਉਂ ਦੇਖ ਰਹੇ ਹਾਂ, ਕਿਉਂਕਿ ਸੇਮ ਟਾਈਮ 'ਤੇ ਸੇਮ ਫੇਜ਼ ਬਣੇਗਾ। ਫਿਰ ਇਸ ਪੁਆਇੰਟ ਦੇ ਉੱਪਰ એનર્ਜੀ ਪਹੁੰਚੇਗੀ, ਇਸ ਪੁਆਇੰਟ ਦੇ ਉੱਪਰ ਵੀ એનર્ਜੀ ਪਹੁੰਚ ਰਹੀ ਹੈ, ਸੇਮ ਟਾਈਮ 'ਤੇ ਪਹੁੰਚ ਰਹੀ ਹੈ ਇਹ। ਕਿਉਂਕਿ ਲਾਈਟ ਜਦੋਂ ਹੀ ਸੋਰਸ ਤੋਂ ਐਮਿਟ ਹੋਏਗੀ ਤਾਂ ਹਰ ਇੱਕ ਡਾਇਰੈਕਸ਼ਨ ਦੇ ਵਿੱਚ ਲਾਈਟ ਪਹੁੰਚੇਗੀ। ਤਾਂ ਇਹਨਾਂ ਸਭ ਦਾ ਜਿਹੜਾ ਡਿਸਟੈਂਸ ਹੈ ਬੱਚੇ ਉਹ ਓਰੀਜਨ ਤੋਂ ਕੀ ਹੈ, ਸੇਮ ਹੈ, ਕਿਉਂਕਿ ਸਭ ਦੀ ਜੋ ਸਪੀਡ ਹੈ ਉਹ ਵੀ ਸੇਮ ਹੈ, ਟਾਈਮ ਦਾ ਜੋ ਇੰਟਰਵਲ ਹੈ ਉਹ ਵੀ ਕੀ ਹੈ, ਸੇਮ ਹੈ। ਤਾਂ ਇਹਨਾਂ ਸਰਫੇਸਿਸ ਨੂੰ, ਇਹਨਾਂ ਪੁਆਇੰਟਸ ਨੂੰ ਅਸੀਂ ਕੀ ਕਰਤਾ, ਜੁਆਇਨ ਕਰਤਾ, ਜਾਂ ਹਾਈਜਨ ਨੇ ਬੇਸਿਕਲੀ ਜੁਆਇਨ ਕੀਤਾ, ਤੇ ਉਹਨਾਂ ਨੇ ਦੱਸਿਆ ਵੀ ਇਹ ਆਪਣੇ ਕੋਲ ਕੀ ਬਣ ਗਿਆ ਜੀ, ਇੱਕ ਵੇਵ ਫਰੰਟ, ਫਸਟ ਵੇਵ ਫਰੰਟ, ਜਾਂ ਇਹਨੂੰ ਬੋਲਿਆ ਜਾਂਦਾ ਬੱਚੇ ਪ੍ਰਾਇਮਰੀ ਵੇਵ ਫਰੰਟ, ਪ੍ਰਾਇਮਰੀ ਵੇਵ ਫਰੰਟ। ਫਿਰ એનર્ਜੀ ਤਾਂ ਅੱਗੇ ਕੈਰੀ ਫਾਰਵਰਡ ਹੋ ਰਹੀ ਹੈ, ਸਪੋਜ਼ એનર્ਜੀ ਇਸ ਲੋਕੇਸ਼ਨ ਤੇ ਪਹੁੰਚ ਗਈ ਕਿਸੇ ਟਾਈਮ t1 ਤੇ, ਫਿਰ ਉਸੇ ਹੀ ਟਾਈਮ t1 ਤੇ એનર્ਜੀ ਇਸ ਸਾਈਡ ਪਹੁੰਚ ਗਈ, ਇਸ ਸਾਈਡ ਵੀ ਪਹੁੰਚ ਰਹੀ ਹੈ, 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 ਮਤਲਬ ਹਰ ਇੱਕ ਡਾਇਰੈਕਸ਼ਨ 'ਚ ਪਹੁੰਚ ਰਹੀ ਹੈ ਨਾ। ਤਾਂ ਫਿਰ ਅਸੀਂ ਪੁਆਇੰਟਸ ਕੰਸੀਡਰ ਕਰ ਲਏ, ਪੁਆਇੰਟਸ ਕੰਸੀਡਰ ਕਰਕੇ ਉਹਨਾਂ ਨੂੰ ਆਪਸ ਦੇ ਵਿੱਚ ਅਸੀਂ ਜੁਆਇਨ ਕਰਵਾਤਾ। ਤਾਂ ਜੁਆਇਨ ਜਦੋਂ ਅਸੀਂ ਕਰਵਾਇਆ ਤਾਂ ਸਾਡੇ ਕੋਲ ਇੱਕ ਸਫੀਅਰ ਮਿਲ ਗਿਆ, ਸਾਨੂੰ ਇੱਕ ਸਰਫੇਸ ਮਿਲ ਗਿਆ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਸੈਕੰਡਰੀ ਵੇਵ ਫਰੰਟ।
ਸੈਕੰਡਰੀ ਵੇਵ ਫਰੰਟ ਅਪ ਟੂ ਸੋਨ ਐਸ ਸਿਸਟਮ ਇਹ ਚੱਲਦੇ ਰਹਿਣਗੇ। ਠੀਕ ਹੈ ਜੀ, ਸਿੰਪਲ ਹੈ। हाँ नेम जरूर लिखना है। किहड़ा वेव फ्रंट बनेगा? स्फेरिकल वेव फ्रंट बनेगा। नेम भी पूछा जा सकता है, जो नहीं भी पूछा तो डायग्राम के नाल लिख के आना स्फेरिकल वेव फ्रंट। ठीक है, ओके। कंसैंट्रिक स्फीयर्स बन गए, सब का सेंटर की सेम है। चलो जी, नेक्स्ट क्वेश्चन की हो सकता है? ड्रॉ वेव फ्रंट फॉर लीनियर सोर्स ऑफ लाइट। ਲੀਨੀਅਰ ਸੋਰਸ ਆਫ ਲਾਈਟ। ਹੁਣ ਸਰ ਲੀਨੀਅਰ ਸੋਰਸ ਆਫ ਲਾਈਟ ਕੀ ਹੁੰਦਾ? ਆਨਸਰ ਕੋਈ ਐਸਾ ਸੋਰਸ ਜੋ ਸਟ੍ਰੇਟ ਲਾਈਨ ਦੇ ਵਿੱਚ ਹੋਵੇ, ਜਿਵੇਂ ਆਪਣੇ ਘਰ ਦੇ ਵਿੱਚ ਇੱਕ ਟਿਊਬ ਲਾਈਟ ਹੁੰਦੀ ਹੈ। ਪਹਿਲਾਂ ਹੁੰਦੀ ਸੀ ਨਾ, ਅੱਜ ਕੱਲ੍ਹ ਤਾਂ ਚਲੋ LED ਬਲਬਸ ਆ ਗਏ। ਪਹਿਲਾਂ ਆਪਣੇ ਘਰਾਂ ਦੇ ਵਿੱਚ ਕੁਝ ਸਮਝੋ ਤੁਸੀਂ ਇਸ ਤਰੀਕੇ ਦੀਆਂ ਟਿਊਬ ਲਾਈਟਸ ਹੁੰਦੀਆਂ ਸੀ ਸਟ੍ਰੇਟ, ਅੱਜ ਵੀ ਬਹੁਤੇ ਘਰਾਂ ਦੇ ਵਿੱਚ ਹੋਣਗੀਆਂ। ਹੁਣ ਇਹਨੂੰ ਜੇ ਤੁਸੀਂ ਇਮੈਜਿਨ ਕਰੋ ਬੱਚੇ, ਜਿਵੇਂ ਤੁਹਾਡੇ ਕੋਲ ਇੱਕ ਇਸ ਟਾਈਮ ਇੱਕ ਪੈਨ ਹੋਊਗਾ ਨਾ, ਪੈਨ ਇੱਕ ਤੁਹਾਡੇ ਕੋਲ ਕੀ ਸਪੋਜ਼ ਕਰ ਲਓ ਇੱਕ ਐਸਾ ਜਿਹੜਾ ਲਾਈਟ ਅਮਿਟ ਕਰ ਰਿਹਾ, ਤਾਂ ਲਾਈਟ ਅਮਿਟ ਹਰ ਇੱਕ ਡਾਇਰੈਕਸ਼ਨ 'ਚ ਕਰੇਗਾ ਨਾ, ਹਰ ਇੱਕ ਡਾਇਰੈਕਸ਼ਨ 'ਚ ਅਮਿਟ ਕਰੇਗਾ। ਤਾਂ ਜੇ ਮੈਂ ਇਹਨੂੰ ਐਜਿਸ ਤੋਂ ਦੇਖੂੰਗਾ ਤਾਂ ਐਜਿਸ ਤੋਂ ਲਾਈਟ ਇਸ ਸਾਈਡ ਵੀ ਜਾ ਰਹੀ ਹੋਏਗੀ, ਇਸ ਸਾਈਡ ਵੀ ਜਾ ਰਹੀ ਹੋਏਗੀ, ਇਸ ਸਾਈਡ ਵੀ ਜਾ ਰਹੀ ਹੋਏਗੀ, ਇਸ ਸਾਈਡ ਵੀ, ਹਰ ਇੱਕ ਡਾਇਰੈਕਸ਼ਨ 'ਚ ਲਾਈਟ ਜਾਏਗੀ ਨਾ। ਮਤਲਬ ਪਾਰਟੀਕਲ ਹਰ ਡਾਇਰੈਕਸ਼ਨ ਦੇ ਵਿੱਚ ਕੀ ਕਰ ਰਹੇ ਆ? ਵਾਈਬ੍ਰੇਟ ਕਰ ਰਹੇ ਆ। ਤਾਂ ਐਸੇ ਪਾਰਟੀਕਲਸ ਨੂੰ ਆਪਾਂ ਕੀ ਹੈ ਪੁਆਇੰਟ ਆਊਟ ਕਰ ਲਾਂਗੇ ਜਿਹੜੇ ਕਿ ਸੇਮ ਫੇਸ ਦੇ ਹੋਣਗੇ। ਉੱਥੋਂ ਇੱਕ ਕੀ ਬਣ ਜਾਊਗਾ? ਸਾਈਡ ਤੋਂ ਦੇਖਾਂਗੇ ਇੱਕ ਸਰਕਲ ਬਣ ਜਾਊਗਾ। ਐਜ਼ ਇਟ ਇਜ਼ ਦੂਸਰੀ ਸਾਈਡ ਵੀ ਜਦ ਤੁਸੀਂ ਦੇਖੋਗੇ ਇੱਧਰ ਵੀ ਕੀ ਬਣ ਜਾਏਗਾ? ਇੱਕ ਸਰਕਲ। ਤੇ ਸਾਰੇ ਪਾਰਟੀਕਲ ਸਪੋਜ਼ ਸੇਮ ਫੇਸ ਦੇ ਵਿੱਚ ਨੇ, ਤਾਂ ਇਹਨੂੰ ਆਪਾਂ ਡਰਾ ਕਰ ਲਿਆ। ਜਦੋਂ ਆਪਾਂ ਇੱਥੇ ਦੇਖਾਂਗੇ ਨਾ, ਤਾਂ ਇਸ ਸਾਈਡ ਤਾਂ ਐਵੇਂ ਅਮਿਟ ਹੋ ਰਹੀ ਹੋਊਗੀ ਨਾ ਲਾਈਟ, ਇਸ ਸਾਈਡ ਇਹਦੇ ਵਿੱਚ ਵੀ ਕੀ ਹੈ, ਇਸ ਸਾਈਡ ਅਮਿਟ ਹੋ ਰਹੀ ਹੋਊਗੀ। ਤਾਂ ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਬੱਚੇ ਬਹੁਤ ਸਾਰੇ ਇੱਕ ਸਰਕਲਸ ਬਣਨਗੇ। ਜਦੋਂ ਸਰਕਲਸ ਨੂੰ ਅਸੀਂ ਕੰਬਾਈਨ ਕਰ ਦਾਂਗੇ, ਸਰਕਲਸ ਨੂੰ ਅਸੀਂ ਕੀ ਕਰ ਦਾਂਗੇ? ਕੰਬਾਈਨ ਕਰ ਦਾਂਗੇ, ਤਾਂ ਇਹ ਕੀ ਬਣ ਜਾਊਗਾ? ਇੱਕ ਇਹ ਬਣ ਜਾਊਗਾ ਇੱਕ ਸਿਲੰਡਰ। ਦਿਸ ਇਜ਼ ਨੋਨ ਐਜ਼ ਸਿਲੰਡਰੀਕਲ ਵੇਵ ਫਰੰਟ। ਪੈਨ ਦੇ ਨਾਲ ਬਹੁਤ ਈਜ਼ੀਲੀ ਤੁਸੀਂ ਸਮਝ ਸਕਦੇ ਹੋ। ਪੈਨ ਨੂੰ ਤੁਸੀਂ ਅਸਿਊਮ ਕਰੋ ਵੀ ਇੱਕ ਲਾਈਟ ਅਮਿਟ ਕਰਨ ਵਾਲਾ ਸੋਰਸ ਹੈ। ਜਦੋਂ ਸਾਈਡਸ ਤੋਂ ਦੇਖੋਗੇ ਹਰ ਇੱਕ ਡਾਇਰੈਕਸ਼ਨ 'ਚ ਲਾਈਟ ਜਾ ਰਹੀ ਹੈ, ਤਾਂ ਤੁਸੀਂ ਦੇਖੋ ਇੱਕ ਸਰਕਲ ਬਣ ਗਿਆ। ਦੂਸਰੀ ਸਾਈਡ ਦੇਖੋਗੇ ਫਿਰ ਸਰਕਲ ਬਣ ਗਿਆ। ਇਹਦਾ ਮਤਲਬ ਪੂਰੀ ਰੋਡ ਦੇ ਵਿੱਚ, ਪੂਰੀ ਉਸ ਲੀਨੀਅਰ ਸੋਰਸ ਦੇ ਵਿੱਚ ਬਹੁਤ ਸਾਰੇ ਕੀ ਬਣ ਰਹੇ? ਸਰਕਲ। ਤਾਂ ਬੱਚੇ ਜਦੋਂ ਸਰਕਲਸ ਨੂੰ ਅਸੀਂ ਜੁਆਇਨ ਕਰ ਦਿੰਦੇ ਤਾਂ ਕੀ ਬਣ ਜਾਂਦਾ? ਸਿਲੰਡਰ। ਆ ਦੇਖੋ ਜੀ ਮੈਂ ਇੱਧਰ ਬਣਾਵਾਂ, ਮੰਨ ਲਓ ਇੱਕ ਸਰਕਲ ਹੈ, ਇਹਦੇ ਵਿੱਚ ਦੂਸਰਾ ਸਰਕਲ ਹੈ, ਆ ਤੀਸਰਾ ਸਰਕਲ, 4th, ਦਿਸ ਇਜ਼ 5th, 6th, 7th, 8th। ਤਾਂ ਇਹ ਬੱਚੇ ਕੀ ਬਣ ਗਿਆ? ਆਨਸਰ ਇੱਕ ਸਿਲੰਡਰ ਬਣ ਗਿਆ। ਐਵੇਂ ਕਰਕੇ ਇਹਦਾ ਕੀ ਬਣਦਾ? ਸਿਲੰਡਰੀਕਲ ਵੇਵ ਫਰੰਟ। नेम भी पूछा जा सकता है, डायग्राम भी पूछी जा सकती है। फिर क्वेश्चन की बन सकता है कि ड्रॉ वेव फ्रंट फॉर पैरेलल रे ऑफ लाइट। पैरेलल रे ऑफ लाइट। हम सपोज करो कि ये अपने को एक पैरेलल बीम ऑफ लाइट मूव कर रहे हैं जी फ्रॉम लेफ्ट टू राइट। मतलब एनर्जी जो की है ट्रैवल कर रही है फ्रॉम लैफ्ट टू राइट कर रही है। हुण असीं की है कुछ ऐसा एक सरफेस अज्यूम करना है जिहदे विच जिहड़े पार्टिकल्स ने वो सारे की सेम फेज दे विच की कर रहे होण? वाइब्रेट। तां वो बच्चे असीं कुछ ऐवें सोच सकते हैं भी एक प्लेन सोच सकते हैं, आ एक प्लेन। हुण इस प्लेन दे विच जिन्ने भी पार्टिकल्स होणगे वो सारे दे सारे पार्टिकल सेम टाइम के उपर फॉरवर्ड डायरैक्शन जाणगे। ये नहीं हैगा भी एक पार्टिकल की है अगे चल के बाकी पिछे रह गए। फिर सेम पार्टिकल जिवें असीं पढ़दे हुंदे सी ना कि मीन टू एक्सट्रीम, एक्सट्रीम टू मीन, फिर एक्सट्रीम टू मीन टू एक्सट्रीम, फिर मीन टू एक्सट्रीम, मतलब इदां ऑसीलेट करनगे। फिर ये अपने इकट्ठे ही पार्टिकल कित्थे आउणगे? अपनी मीन पोजीशन ते आउणगे, क्योंकि ऑसीलेशन हो रही है ना, वाइब्रेशनस हो रही ने इन्हां दियां। तां पैरेलल रेज दे लई असीं एक कैसा एक सरफेस सोच सकदे हैं? आंसर है असीं एक प्लेन सरफेस सोच सकदे हैं जिहदे विच जिहड़े पार्टिकल्स ने वो जदों वाइब्रेट करनगे तां काहदे विच वाइब्रेट करनगे? किहड़ी कंडीशन नूं फॉलो करनगे? आंसर है सेम फेज दी कंडीशन नूं फॉलो करनगे। ठीक है, तां एक भी बना सकदे हो तुसीं, दो भी बना सकदे हो, तुहाडी इच्छा। लाइक दिस। कई बार एवें भी नहीं बने होंगे, तुसीं इदां भी ड्रॉ कर सकते हो। तो एक ध्यान रखना है जिहड़े भी ये वेव फ्रंट होणगे बच्चे, इन्हां दा जिहड़ा एंगल है विद रिस्पैक्ट टू वेव ये कितना होएगा? 90 डिग्री होगा, परपेंडिकुलर होंदे ने। ठीक है, मतलब जो वेव फ्रंट ने, वेव फ्रंट वो परपेंडिकुलर टू दी डायरैक्शन ऑफ वेव होंदे, डायरैक्शन ऑफ वेव। ठीक है, तो जो तुम प्लेन इस तरीके बनाना भी बना लो, जो इवें नहीं बनाना आ रहा तो तुम एक स्ट्रेट लाइन भी नहीं दिखा सकते, बट एक प्लेन है। ध्यान रखना प्लेन मतलब जिवें कॉपी का एक सरफेस होता है ना, वो वाला एक सरफेस है। हम कॉपी के उपर जिन्ने भी पार्टिकल ने, जो तुम कॉपी की फॉरवर्ड डायरैक्शन मूव करोगे तब सारे सारे पार्टिकल अगे जाएंगे ना। आप ये नहीं कह सकते भी एक पार्टिकल पिछे रह गया। जो कॉपी तुम बैक साइड लेके जाओगे तो फिर की कहोगे? कॉपी के सारे सारे पार्टिकल पिछे वाल आ गए। ठीक है, तो इस तरीके ओके।
फिर एज इट इज आप वेव फ्रंट ड्रॉ करना फॉर डाइवर्जिंग बीम ऑफ लाइट, डाइवर्जिंग बीम ऑफ लाइट। बहुत ईजी, मतलब बहुत सौखा सौखा काम है ये, ठीक है, बट इंपॉर्टेंट बहुत है। डाइवर्जिंग मतलब कि बच्चे जो किसी एक पॉइंट सोर्स तो जी लाइट है वो डिफरेंट डायरैक्शनस ਦੇ ਵਿੱਚ ਕੀ ਹੋ ਜੇ डाइवर्ज हो जाए लाइक दिस, इन्हें बोलते हैं डाइवर्जिंग बीम। तो कुछ नहीं है, सिंपल वही पॉइंट सोर्स वाला काम ही है, ठीक है। तो वेव फ्रंट के बनने सफेरिकल, बट आप पूरा सफीयर नहीं बनावांगे, बस इस तरीके के नाल कर्व्स बनावांगे। एंगल कितना होएगा 90 डिग्री। जो पॉइंट सोर्स हो तो पूरा सफीयर बना देना, अगर सिर्फ डाइवर्जिंग वास्ते पूछे तो इस तरीके बनाना, मतलब सोर्स तो एनर्जी पहला फस्ट वेव फ्रंट को जा रही है, फिर फस्ट टू कितने जा रही है सैकेंड तक, एंड सो ऑन। फिर गल करिए अगर फॉर कन्वर्जिंग बीम ऑफ लाइट, तो सर कन्वर्जिंग का मतलब की होंगे कि एक जगह के उपर कॉन्सनट्रेट होना लाइट का। जिवें तुसीं कनकेव मिरर च पढ़ते सी ना, ਜਾਂ कन्वैक्स लैंस के भी पढ़ते सी कि कन्वैक्स लैंस का काम की है, एक पैरलल बीम ऑफ लाइट में एक पॉइंट के उपर की करता है कन्वर्ज करवा दिंदा। तो इस तरीके कन्वर्जेंट बीम आ रहे, इतने असीं की बनाने एक वेव फ्रंट्स बनाने, वेव फ्रंट्स किवें बनणगे लाइक दिस। एंगल कितना बनेगा 90 डिग्री, ये मैंशन करना कंपलसरी है। फिर एक क्वेश्चन पेपर के आया हुआ है, क्वेश्चन की है तो भी पेपर के आ सकता है, क्या एक कन्वैक्स लेंस है, ठीक है। इस कन्वैक्स लेंस के उपर इस तरीके पैरलल बीम ऑफ लाइट इंसीडेंट करवाया जा रहा है। आफ्टर दैट की होएगा अपन पता है कन्वर्ज करेगा, कन्वैक्स का काम की है कन्वर्ज करना, कन्वर्ज हो जाएगा लाइक दिस डिपेंडिंग अपॉन इट्स फोकल लेंथ, इतने कन्वर्ज हो गया। तो तुहानूं कहेंगे इहदे लई इस पैटर्न के लिए स्ट्रक्चर के लिए की ड्रॉ करो वेव फ्रंट। तो देखो लैफ्ट हैंड साइड की है पैरलल रेज ने, पैरलल रेज के लिए आपको पता बच्चे किमें दे वेव फ्रंट होंगे है, आंसर है प्लेन वेव फ्रंट। बिल्कुल स्ट्रेट बनाना, ठीक है, थोड़ा जहा बन गया, मतलब बना के देखता मैं इदा प्लेन वेव फ्रंट लाइक दिस। द प्लेन वेव फ्रंट्स, एंगल मेंशन करना है 90 डिग्री। फिर इस साइड अपन पता लाइट की हो रही है कन्वर्ज हो रही है, तो कन्वर्ज हो रही है तो बच्चे की करेंगे आंसर है कन्वर्जिंग वेव फ्रंट, बस इतना सिंपल होता है, ठीक है। फिर साइड लिख देना है लेफ्ट हैंड साइड की है प्लेन वेव फ्रंट, इस साइड की आएगा कन्वर्जिंग वेव फ्रंट, कन्वर्जिंग वेव फ्रंट। ये ने जी कुछ डायग्राम्स जी इंपॉर्टेंट ने, हाँ ज़्यादा मार्क्स के नहीं, एक नंबर के 2 नंबर के ये क्वेश्चन पूछे जा सकते हैं, ठीक है। आई होप कि तुहानूं ये क्लीयर हो गया होगा। ओके, तो नैक्सट बच्चे ये जो क्वेश्चन आता है वो है जी स्टेट हाइजेंस प्रिंसिपल एंड verify the law of reflection and refraction by using Huygens प्रिंसिपल। ये काफ़ी इंपॉर्टेंट क्वेश्चन है बच्चे, 5 मार्क्स के की यह क्वेश्चन डायरैक्ट भी पूछा जाता है, वेरी वेरी इंपॉर्टेंट। पहला तो बच्चे पर यह समझना भी हाइजेंस प्रिंसिपल की कहते हैं। देखो प्रिंसिपल मतलब सिद्धांत, रूल एंड रेगुलेशनस, कुछ उहदियां अजम्पशनस जो उन्हें अज्यूम किया वो सानू एज सच ही उहदे मनना ही पऊगा, ठीक है। क्योंकि जे असीं उस दी बेसिक्स नू नहीं मनांगे तो फिर साडी थ्योरी फेल हो जाएगी, ठीक है। तो जिवें तुसीं बोहर्स दे पोस्टुलेट्स पढ़ते हो है ना, पोस्टुलेट्स मतलब वो कुछ अपने वालों कुछ जो लगता भी ये चीज़ एवें होगी, ठीक है। तो वो अकॉर्डिंग अपने को हाइजेंस से पहले आप प्रिंसिपल में समझांगे भी ये कहना की चाहते, फिर उन्होंने अंडरस्टैंड करके वो बेसिस से आप रिफ्लैक्शन से रिफ्रैक्शन ऑफ लाइट नू की है प्रूफ करांगे। वेरीफाई दी लॉज लॉ ऑफ रिफ्लैक्शन एंड रिफ्रैक्शन लिख लो ऑफ लाइट बाय यूजिंग हाइजेंस प्रिंसिपल। तो देखो जी हाइजेंस प्रिंसिपल की कहता है, तो बच्चे हाइजेंस प्रिंसिपल की कहता है
ਹਾਈਜ਼ਨ ਕਹਿੰਦਾ ਹੈਗਾ ਕਿ ਕਹਿੰਦਾ ਸਪੋਜ਼ ਕਰੋ ਵੀ ਇੱਥੇ ਇੱਕ ਸੋਰਸ ਆਫ ਲਾਈਟ ਹੈ, ਪੁਆਇੰਟ ਸੋਰਸ ਆਫ ਲਾਈਟ ਐਸ ਇਜ਼ ਅ ਪੁਆਇੰਟ ਸੋਰਸ ਆਫ ਲਾਈਟ। ਹੁਣ ਆਪਾਂ ਨੂੰ ਪਤਾ ਬੱਚੇ ਕਿ ਇਸ ਸੋਰਸ ਦੇ ਅਰਾਊਂਡ ਨੰਬਰ ਆਫ ਕੀ ਹੋਣਗੇ, ਪਾਰਟੀਕਲਸ ਹੋਣਗੇ। ਇਹ ਸੋਰਸ ਉਹਨਾਂ ਪਾਰਟੀਕਲਸ ਨੂੰ ਕੀ ਕਰੂਗਾ, ਐਨਰਜੀ ਪ੍ਰੋਵਾਈਡ ਕਰੂਗਾ। ਵੇਵ ਫਰੰਟਸ ਬਾਰੇ ਆਪਾਂ ਪੜ੍ਹ ਲਿਆ। ਤਾਂ ਹਾਈਜ਼ਨ ਕਹਿੰਦਾ ਵੀ ਇਹ ਸੋਰਸ ਦੇ ਅਰਾਊਂਡ ਇੱਕ ਹੀ ਹੈ ਵੇਵ ਫਰੰਟ ਐਗਜ਼ਿਸਟ ਕਰੇਗਾ। ਕੀ ਕਰੇਗਾ, ਇੱਕ ਵੇਵ ਫਰੰਟ ਐਗਜ਼ਿਸਟ ਕਰੇਗਾ। ਇਸ ਵੇਵ ਫਰੰਟ ਨੂੰ ਅਸੀਂ ਬੋਲਾਂਗੇ ਪ੍ਰਾਇਮਰੀ ਵੇਵ ਫਰੰਟ। ਇੱਧਰ ਲਿਖ ਲਈਏ, ਕੀ ਬੋਲਾਂਗੇ, ਪ੍ਰਾਇਮਰੀ ਵੇਵ ਫਰੰਟ। ਸਭ ਤੋਂ ਕਲੋਜ਼ੈਸਟ ਜੋ ਫਰੰਟ ਹੈ ਇਹਦਾ ਸੋਰਸ ਦਾ, ਉਹਨੂੰ ਆਪਾਂ ਪ੍ਰਾਇਮਰੀ ਵੇਵ ਫਰੰਟ ਬੋਲਿਆ। ਹੁਣ ਕਹਿੰਦੇ ਇਸ ਪ੍ਰਾਇਮਰੀ ਵੇਵ ਫਰੰਟ ਦੇ ਉੱਪਰ ਜਿੰਨੇ ਵੀ ਪਾਰਟੀਕਲਸ ਐਗਜ਼ਿਸਟ ਕਰਦੇ ਹੋਣਗੇ, ਜਿੰਨੇ ਵੀ ਪਾਰਟੀਕਲਸ ਕੀ ਕਰਦੇ ਹੋਣਗੇ, ਐਗਜ਼ਿਸਟ ਕਰਦੇ ਹੋਣ। ਸਪੋਜ਼ ਮੈਂ ਇਸ ਤਰੀਕੇ ਨਾਲ ਪਾਰਟੀਕਲਸ ਬਣਾ ਲੈਣਾ। ਪਾਰਟੀਕਲਸ ਦਾ ਕੀ ਹੈ, ਨੰਬਰ ਆਫ ਪਾਰਟੀਕਲਸ ਹੋਣਗੇ ਨਾ, ਸਾਨੂੰ ਆਈਡੀਆ ਤਾਂ ਨਹੀਂ ਹੈ, ਜਸਟ ਫॉर ਅੰਡਰਸਟੈਂਡਿੰਗ ਅਸੀਂ ਤਾਂ ਪਾਰਟੀਕਲਸ ਬਣਾ ਲਏ। ਇਹ ਪਾਰਟੀਕਲਸ ਕਹਿੰਦੇ ਕੀ ਹੈ, ਰਿਸਪੌਂਸੀਬਲ ਹੋਣਗੇ ਨਿਊ ਡਿਸਟਰਬੈਂਸ ਦੇ ਲਈ। ਮਤਲਬ ਸੋਰਸ ਨੇ ਤਾਂ ਐਨਰਜੀ ਇਹਨਾਂ ਨੂੰ ਦੇਣੀ ਹੈ, ਇਸ ਤੋਂ ਅਗਲਾ ਜਿਹੜਾ ਕੋਈ ਪਾਰਟੀਕਲ ਹੋਊਗਾ ਉਹਨੂੰ ਐਨਰਜੀ ਇਹ ਵਾਲਾ ਕੀ ਹੈ ਪਾਰਟੀਕਲ ਪ੍ਰੋਵਾਈਡ ਕਰੂਗਾ। ਠੀਕ ਹੈ ਜੀ। ਤਾਂ ਹੁਣ ਇਹਦੀ ਮੈਂ ਡੈਫੀਨੇਸ਼ਨ ਸਾਈਡ 'ਤੇ ਲਿਖ ਰਿਹਾ, ਫਿਰ ਤੁਹਾਨੂੰ ਇਹਨੂੰ ਅੱਛੇ ਤਰੀਕੇ ਨਾਲ ਸਮਝ ਆਊਗਾ। ਅਕੋਰਡਿੰਗ ਟੂ ਹਾਈਜ਼ਨਸ ਫਸਟ ਪ੍ਰਿੰਸੀਪਲ every particle on a given wavefront, given wavefront मतलब primary wavefront ਜਿਹਦੇ ਜੋ ਆਪਾਂ ਨੂੰ given ਹੈ, given wavefront, every particle on a given wavefront act as a fresh source of light, act as a fresh source of light for new disturbance called secondary wavelets। नेमिंग वाल बहुत ध्यान देना है। ये वेवलेट्स लिखे ने, मैं वेव फ्रंट नहीं लिखा है। मैं समझो इस चीज़ में ध्यान की कहना। हाइजन बोलता है, कहना हर एक वो पार्टिकल ਜਿਹੜਾ ਕੀ ਹੈ ਗਿਵਨ ਵੇਵ ਫਰੰਟ ਦੇ ਉੱਪਰ ਹੈ। ਹੁਣ ਸਾਡੇ ਕੋਲ ਤਾਂ ਵੇਵ ਫਰੰਟ ਗਿਵਨ ਹੈ ਨਾ, ਜਿਹਨੂੰ ਅਸੀਂ ਬੋਲਿਆ ਪ੍ਰਾਇਮਰੀ ਵੇਵ ਫਰੰਟ। ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਹਰ ਇੱਕ ਪਾਰਟੀਕਲ ਜੋ ਪ੍ਰਾਇਮਰੀ ਵੇਵ ਫਰੰਟ ਦੇ ਉੱਪਰ ਐਗਜ਼ਿਸਟ ਕਰ ਰਿਹਾ, ਉਹਦੇ ਕੋਲ ਕੀ ਇੱਕ ਐਨਰਜੀ ਹੈ। ਉਹ ਐਨਰਜੀ ਕਿੱਥੋਂ ਮਿਲੀ ਹੈ, ਸੋਰਸ ਤੋਂ ਮਿਲੀ ਹੈ। ਉਹ ਐਨਰਜੀ ਸੋਰਸ ਤੋਂ ਰਿਸੀਵ ਕਰਕੇ ਉੱਥੇ ਕੀ ਕਰੂਗਾ, ਡਿਸਟਰਬੈਂਸ ਕ੍ਰੀਏਟ ਕਰੂਗਾ, ਮਤਲਬ ਐਨਰਜੀ ਅੱਗੇ ਕੈਰੀ ਫਾਰਵਰਡ ਕਰੇਗਾ। ਤਾਂ ਇਹਨੂੰ ਐਵੇਂ ਸਮਝੋ ਬੱਚੇ ਵੀ ਜਿਹੜਾ ਫਸਟ ਪਾਰਟੀਕਲ ਹੈ ਨਾ, ਇਹ ਆਪਣੀ ਐਨਰਜੀ ਜਿਹੜੀ ਹਰ ਇੱਕ ਡਾਇਰੈਕਸ਼ਨ ਦੇ ਵਿੱਚ ਕੀ ਹੈ ਅਮਿਟ ਕਰ ਰਿਹਾ। ਮਤਲਬ ਇਹ ਵੀ ਤਾਂ ਪੁਆਇੰਟ ਸੋਰਸਿਸ ਨੇ ਨਾ, ਤੁਸੀਂ ਐਵੇਂ ਸਮਝ ਲਓ, ਇਹ ਵੀ ਪੁਆਇੰਟ ਸੋਰਸ ਹੈ ਇੱਕ। ਹਰ ਇੱਕ ਡਾਇਰੈਕਸ਼ਨ ਦੇ ਵੱਲ ਕੀ ਆਪਣੀ ਐਨਰਜੀ ਕੀ ਹੈ ਟ੍ਰਾਂਸਮਿਟ ਕਰ ਰਿਹਾ ਹੋਊਗਾ। ਤਾਂ ਫਿਰ ਇਹਦੇ ਅਰਾਊਂਡ ਵੀ ਕੀ ਬਣੂਗਾ, ਇੱਕ ਵੇਵ ਫਰੰਟ ਬਣੂਗਾ। ਤਾਂ ਇਸ ਤਰੀਕੇ ਦੇ ਨਾਲ ਇਹਦਾ ਇੱਕ ਵੇਵ ਫਰੰਟ ਹੋਏਗਾ। ਹੁਣ ਜਿਹੜਾ ਆਹ ਵਾਲਾ ਪੋਰਸ਼ਨ ਹੈ, ਜਿਹੜਾ ਪ੍ਰਾਇਮਰੀ ਵੇਵ ਫਰੰਟ ਦੇ ਉੱਪਰ ਆ ਸਫੈਰੀਕਲ ਮੈਂ ਨਜ਼ਰ ਬਣਾ ਰਿਹਾ, ਤੁਹਾਨੂੰ ਨਜ਼ਰ ਆ ਰਿਹਾ, ਇਹਦਾ ਨਾਮ ਉਹਨੇ ਕੀ ਰੱਖਿਆ ਬੱਚੇ, ਇਹਦਾ ਨਾਮ ਉਹਨੇ ਰੱਖਿਆ ਸੈਕੰਡਰੀ ਵੇਵਲੈਟ। ਮਤਲਬ ਇਹ ਐਨਰਜੀ ਰਿਸਪੌਂਸੀਬਲ ਹੈ ਐਨਰਜੀ ਨੂੰ ट्रांसफर करने लिए। नवी वेव मतलब वेव का मतलब क्या, डिस्टरबेंस। तो नवी वेव के लिए रिस्पॉन्सिबल हम सोर्स नहीं है, कौन है, ये वाला पार्टिकल है जिसका नाम की है सेकेंडरी वेवलेट। तो ये उपर जिन्ने भी ये पार्टिकल्स ने, ये पार्टिकल्स की बनाओगे, सेकेंडरी वेवलेट्स बनाओगे लाइक दिस। हूँ ये जिन्ने भी मैं सफीर बना रहा बच्चे की रिप्रजेंट कर रहे हैं, ये रिप्रजेंट कर रहे हैं भी एनर्जी है जी, ये हर एक डायरैक्शन के की कर रहे हैं, डिस्ट्रीब्यूट कर रहे हैं। की कर रहे हैं, डिस्ट्रीब्यूट कर रहे हैं, क्योंकि एनर्जी ने तो डिस्ट्रीब्यूट होना ही है जी हर एक डायरैक्शन के लाइक दिस। थोड़े सफीर थोड़े वधिया वधिया बना लियो लाइक दिस एवें। हम दोबारा पढ़ो। अकॉर्डिंग टू हाइजेंस फर्स्ट प्रिंसिपल, एवरी पार्टिकल ऑन अ गिवन वेव फ्रंट एक्ट एज अ फ्रैश सोर्स ऑफ लाइट किहदे लई, फॉर अ न्यू डिस्टरबेंस। इनू असीं की बोलिया, सेकेंडरी वेवलेट्स। मतलब सिंपल जी लैंग्वेज में समझो कि प्राइमरी वेव फ्रंट के उपर जिहड़े तुसीं गोले जे बनाते, ये गोले की रिप्रजेंट कर रहे हैं, डिस्टरबेंस को रिप्रजेंट कर रहे हैं। इस डिस्टरबेंस का नाम उन्होंने की रखा, सेकेंडरी वेवलेट। सिंपल गल। मतलब प्राइमरी वेव फ्रंट के उपर किहड़े वेवलेट्स बनते हैं, सेकेंडरी वेवलेट्स। हुण कई बच्चे सोचते सर प्राइमरी वेवलेट क्यों नहीं लिखा, तो बच्चे प्राइमरी वेवलेट नहीं होंदा, प्राइमरी वेवलेट नहीं होंदा, ठीक है, सेकेंडरी वेवलेट तो शुरू होंदा है। तो हाइजन का मनना है भी जो सोर्स है वही एक तरह का प्राइमरी वेवलेट है, क्योंकि फस्ट वेव वही जनरेट कर रहा है।
ठीक है, तो इनू आप सैकेंडरी तो ही स्टार्ट करना है। तो दिस इज़ अ फर्स्ट प्रिंसीपल। हम जो सैकेंड प्रिंसीपल है, सैकेंड प्रिंसीपल की कहते हैं, सेकेंड प्रिंसिपल की कहता मुझे कॉमन टेंजेंट, कॉमन टेंजेंट ऑन these secondary wavelets in forward direction, common tangent on these secondary wavelets in forward direction gives a new wave front called secondary wave front। समझो ध्यान नाल की कह रहे। सैकेंड प्रिंसीपल ये कह रहा है कि जे तुसी एक कॉमन टेंजेंट ड्रॉ कर दो किहदे उपर, सैकेंडरी वेवलेट्स के उपर, मतलब सैकेंडरी वेवलेट्स नू टच करदी एक लाइन तुसी ड्रॉ कर दो किहड़ी डायरैक्शन दे विच, फॉरवर्ड डायरैक्शन। फॉरवर्ड डायरैक्शन क्यों लिखी है, क्योंकि लाइट हमेशा अगे वल जाती है, लाइट पिछे वल तो नहीं होती, लाइट हमेशा अगे वल जाती है। इन फॉरवर्ड डायरैक्शन वो की करूगा, एक नवा वेव फ्रंट बना देगा। उस वेव फ्रंट का नाम की है, सैकेंडरी वेवलेट फ्रंट। किवें देखो समझो, जिवें आ वेवलेट्स नज़र आ रहे हैं, अगर इन्हां वेवलेट्स के उपर बच्चे असीं की करिए, कुछ इस तरीके नाल एक कॉमन टेंजेंट ड्रॉ कर दिए, एक मिनट, मतलब लाइक दिस, इदा इतों भी इन्होंने टच होकर जा रहे, ठीक है। अगर तुम इस तरीके की एक लाइन जी ये सरफेसिस सैकेंडरी वेवलेट्स के सरफेस में टच करके जो लाइन पास करेगी, तो वो की बना देगी, एक नवा वेव फ्रंट बना देगी, जिन्होंने असीं बच्चे की बोलना है, सैकेंडरी वेव फ्रंट। हम देखो मैं दोनों चीज़ों दोबारा एक्सप्लेन करना। हाइजन ने सिंपल जी गल आखी, हाइजन कहता एक सोर्स होएगा, सोर्स का काम की है एनर्जी ट्रांसफर करना इन एवरी डायरैक्शन। तो कहता वो सोर्स सब तो पहला की करूगा, जो आपके सब तो नीयर बाय पार्टिकल्स होंगे उन्होंने की एनर्जी देगा। तो मतलब उस सोर्स के नीयर बाय सब तो पहला की एक प्राइमरी वेव फ्रंट होगा। वेव फ्रंट आप पढ़ लिया भी होंगे की है, मतलब कि ऐसा एक सरफेस जिदे ते जितने भी पार्टिकल्स की है वाइब्रेट कर रहे हैं, उन्होंने जी फेज है वो सेम है, तो फेज डिफरेंस कितना 0, ठीक है। कहते एक सोर्स के अराउंड कहते एक प्राइमरी वेव फ्रंट होगा, ओके गॉट इट। उस प्राइमरी वेव फ्रंट के उपर कहते जिन्ने भी पार्टिकल्स ने, हुण वो पार्टिकल्स नवे सोर्स ने कादे, डिस्टरबेंस दे एनर्जी कैरी फॉरवर्ड करने लिए। सोर्स खुद चल के तो हर एक जगह एनर्जी ट्रांसफर करता ना। तो कहता उस प्राइमरी वेव फ्रंट के उपर जिन्ने भी पार्टिकल्स ने वो फ्रैश सोर्स ने न्यू डिस्टरबेंस दे, फ्रैश सोर्स ने लाइट दे नवी डिस्टरबेंस के लिए, उन्होंने पार्टिकल्स को कहना तुसीं की है की बोलना, सैकेंडरी वेवलेट्स, जां कह लो भी ਜਿਹੜੇ ਉਹਨਾਂ ਦੇ वेव फ्रंट्स बन रहे हैं पार्टिकल्स के, उन्होंने तुसीं की बोलना, सैकेंडरी वेवलेट्स, ओके। फिर कहना सैकेंड प्रिंसीपल कहना ਜਿਹੜੇ ਉਹ सैकेंडरी वेवलेट्स बन गए, उन्होंने सैकेंडरी वेवलेट्स से अगर तुसीं कॉमन टेंजेंट ड्रॉ कर दो इन फॉरवर्ड डायरैक्शन, तो वो कहते एक नवा वेव फ्रंट जनरेट कर देंगे, दैट इज़ नोन एज सैकेंडरी वेव फ्रंट। तो ये है जी हाइजन्स प्रिंसीपल, ठीक है। आई होप कि तुहानूं क्लीयर हो गया होगा। फिर भी कोई डाउट लगे तो मैनू नाल जरूर तुसीं की डिस्कस कर लियो। फिर उस तो बाद आप वेरीफाई करना है रिफ्लैक्शन ऑफ लाइट का लॉ, वेरीफिकेशन ऑफ रिफ्लेक्शन ऑफ लाइट, वेरीफिकेशन ऑफ लॉ लिख लो, नहीं इदा चलो इनू करो सिंपल लिखो, ऊपर आप हैडिंग तो लिख ही दिता ना, हाँ जनरली बस हैडिंग दे देना रिफ्लैक्शन ऑफ लाइट। ਹੁਣ रिफ्लैक्शन बच्चे सबने पढ़ी है 10th क्लास के विच। रिफ्लैक्शन ऑफ लाइट का जो लॉ है वो बोलता है कि जो एंगल ऑफ रिफ्लैक्शन है इज़ ऑलवेज इक्वल टू की होगा एंगल ऑफ इंसीडेंस। तो हाइजन्स ने यह लॉ जोड़ा सी रे ऑफ लाइट के नाल पढ़िया होया, तो हाइजन ने रिफ्लैक्शन ऑफ लाइट में प्रूफ किया, लाइट में की अज्यूम करके एज अ वेव किवें, बहुत इंटरेस्टिंग है, बहुत सिंपल है। पहला प्रॉपर डायग्राम समझाऊंगा, बाद में फिर एक शॉर्ट ट्रिक भी दसूँगा तुहानूं, ठीक है, पर पहला समझना जरूरी है। तो अपन पता रिफ्लैक्शन के लिए चाहिए बच्चे साडे कोल एक रिफ्लैक्टिंग सरफेस चाहिए, तो रिफ्लैक्टिंग सरफेस किहड़े होंदे ने, आंसर है मिरर होंदे ने। तो सपोज कर लो एक मिरर है जिसका नाम है XY, प्लेन मिरर है एक, ठीक है, प्लेन मिरर याद आ रहा होना, पढ़िया हुआ 10th क्लास में प्लेन मिरर। हुण असीं इस प्लेन मिरर के उपर पहलां की करते सी कि रे ऑफ लाइट फॉल करवाउंदे सी,
ਪਰ ਹੁਣ ਅਸੀਂ ਕੀ ਪੜ੍ਹਦੇ ਹਾਂ, ਅਸੀਂ ਤਾਂ ਵੇਵ ਆਪਟਿਕਸ ਪੜ੍ਹ ਰਹੇ ਹਾਂ। ਤਾਂ ਹੁਣ ਇੱਥੇ ਕਿਤੇ ਵੀ ਤੁਸੀਂ ਰੇ ਆਫ ਲਾਈਟ ਦੀ ਗੱਲ ਨਹੀਂ ਕਰੋਗੇ, ਕੀ ਕਹੋਗੇ, ਇੱਕ ਪੈਰਲਲ ਬੀਮ ਆਫ ਲਾਈਟ ਫਾਲ ਕਰਦੇ ਆ। ਤਾਂ ਪੈਰਲਲ ਬੀਮ ਆਫ ਲਾਈਟ ਦੇ ਵਿੱਚ ਵੀ ਕੀ ਆਪਾਂ ਰੇਜ਼ ਦੀ ਗੱਲ ਨਹੀਂ ਕਰਾਂਗੇ, ਕਿਹਦੀ ਗੱਲ ਕਰਾਂਗੇ, ਵੇਵ ਦੀ ਗੱਲ ਕਰਾਂਗੇ। ਕਿਵੇਂ ਗੱਲ ਕਰਾਂਗੇ, ਆਪਾਂ ਨੂੰ ਪਤਾ ਪੈਰਲਲ ਰੇ ਆਫ ਲਾਈਟ ਜਦੋਂ ਕੀ ਹੈ, ਸੌਰੀ ਪੈਰਲਲ ਬੀਮ ਆਫ ਲਾਈਟ ਜਦੋਂ ਫਾਲ ਕਰਦਾ ਹੈ ਤਾਂ ਕਿਹੜੇ ਵੇਵ ਫਰੰਟਸ ਫਾਲ ਕਰਨਗੇ, ਹਾਂ ਵੈਰੀ ਗੁੱਡ, ਦੈਟ ਇਜ਼ ਅ ਪਲੇਨ ਵੇਵ ਫਰੰਟ। ਤਾਂ ਅਸੀਂ ਕੀ ਕਹਾਂਗੇ ਜੀ ਕਿ ਸਪੋਜ਼ ਇਸ ਤਰੀਕੇ ਦੇ ਨਾਲ beam of light is reflecting surface ਨੂੰ ਅਪਰੋਚ ਕਰ ਰਿਹਾ in this direction, ਬਟ ਇਹਨੂੰ ray of light ਨਹੀਂ ਲਿਖਣਾ, ਇਹਨੂੰ ਕੀ ਲਿਖਣਾ ਅਸੀਂ, ਇਹਨੂੰ ਅਸੀਂ ਲਿਖਣਾ beam of light। ਤੇ ਇਸ beam of light ਦੇ ਉੱਪਰ ਆਪਾਂ ਕੀ ਡਰਾ ਦਿਖਾਉਣਾ ਹੈ, plane wave fronts। beam of light ਵੀ ਜੇ ਤੁਸੀਂ ਨਹੀਂ ਬੋਲਣਾ ਤਾਂ ਡਾਇਰੈਕਟ ਤੁਸੀਂ ਇਹਨੂੰ ਕੀ ਬੋਲੋ, plane wave front। ਆਪਾਂ ਕੀ ਲਿਖਾਂਗੇ ਕਿ let us suppose a b plane wave front is incident on xy plane। ਤਾਂ ਇਸ ਤਰੀਕੇ ਨਾਲ a b ਪਹਿਲੇ ਪਲੇਨ ਵੇਵ ਫਰੰਟ ਸੀ, ਫਿਰ ਇੱਥੇ ਪਹੁੰਚ ਗਿਆ, ਫਿਰ ਇੱਥੇ ਪਹੁੰਚ ਗਿਆ, ਫਿਰ ਅੱਗੇ ਫਾਰਵਰਡ ਇੱਦਾਂ ਕੀ ਹੈ ਮੂਵ ਔਨ ਹੋ ਜਾਏਗਾ, ਠੀਕ ਹੈ। ਇੱਕ ਦਿਖਾਉਣਾ ਤੁਸੀਂ ਇੱਕ ਦਿਖਾ ਦਿਓ, ਦੋ ਦਿਖਾਉਣੇ ਦੋ ਦਿਖਾ ਦਿਓ, ਬਟ ਇੱਕੋ ਹੀ ਵੇਵ ਫਰੰਟ ਹੈ ਫਾਲ ਕਰ ਰਿਹਾ। ਹੁਣ ਵੇਵ ਫਰੰਟ ਅਗਰ ਪਲੇਨ ਹੈ, ਦੇਖੋ ਸਪੋਜ਼ ਮੈਂ ਇਸ ਸਾਈਡ ਲੈਫਟ ਹੈਂਡ ਸਾਈਡ ਤੁਹਾਨੂੰ ਕੁਝ ਦਿਖਾ ਰਿਹਾ ਸੀ, ਚਲੋ ਥੋੜਾ ਜਿਹਾ ਰਾਈਟ ਦਿਖਾਉਣਾ ਦਾ। ਅਗਰ ਬੱਚੇ ਸਪੋਜ਼ ਆਹ ਇੱਕ ਵੇਵ ਫਰੰਟ ਹੈ, ਤਾਂ ਵੇਵ ਫਰੰਟ ਕਿਵੇਂ ਬਣਿਆ ਹੋਊਗਾ, ਆਨਸਰ ਹੈ ਇੱਥੇ ਇੱਕ ਇਸ ਤੋਂ ਪਹਿਲਾਂ ਸੈਕੰਡਰੀ ਵੇਵਲੇਟਸ ਹੋਣਗੇ ਨਾ, ਸੈਕੰਡਰੀ ਵੇਵਲੇਟਸ ਦੇ ਉੱਪਰ ਟੈਂਜੈਂਟ ਡਰਾ ਕਰਕੇ ਕੀ ਬਣਦਾ, ਇੱਕ ਵੇਵ ਫਰੰਟ ਬਣਦਾ। ਇਹੀ ਆਪਾਂ ਪੜ੍ਹਿਆ ਹੁਣ, ਠੀਕ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਬੀ ਵਾਲਾ ਸੈਕੰਡਰੀ ਵੇਵਲੇਟ ਹੈ ਕਿਸੇ ਟਾਈਮ ਦੇ ਉੱਪਰ ਇਸ ਸਰਫੇਸ ਦੇ ਉੱਪਰ ਪਹੁੰਚ ਜਾਊਗਾ, ਮਤਲਬ ਡਿਸਟਰਬੈਂਸ ਇੱਥੇ ਪਹੁੰਚ ਗਈ, ਐਂਡ ਜੋ ਏ ਵਾਲਾ ਜੋ ਵੇਵਲੇਟ ਹੈ ਉਹ ਇੱਥੇ ਪਹੁੰਚਿਆ ਹੋਊਗਾ। ਇਹਨਾਂ 'ਤੇ ਜੇ ਅਸੀਂ ਟੈਂਜੈਂਟ ਡਰਾ ਕਰ ਦਈਏ ਤਾਂ ਆਪਾਂ ਕਹਿ ਦਾਂਗੇ ਵੇਵ ਫਰੰਟ ਇੱਥੇ ਪਹੁੰਚ ਗਿਆ ਜੀ। ਏ ਬੀ ਵੇਵ ਫਰੰਟ ਕਿਸੇ ਟਾਈਮ ਦੇ ਉੱਪਰ ਇੱਥੇ ਪਹੁੰਚ ਗਿਆ, ਠੀਕ ਹੈ। ਹੁਣ ਜਿਹੜਾ ਸੈਕੰਡਰੀ ਵੇਵਲੇਟ ਹੈ ਬੱਚੇ, ਉਹ ਸਰਫੇਸ ਨਾਲ ਟਕਰਾ ਗਿਆ ਨਾ, ਤਾਂ ਫਿਰ ਕੀ ਹੋਊਗੀ, ਉਹਦੀ ਰਿਫਲੈਕਸ਼ਨ ਹੋਏਗੀ, ਉਹ ਤਾਂ ਵਾਪਸ ਜਾਏਗਾ, ਰਿਫਲੈਕਟ ਕਰੇਗਾ। ਬਟ ਏ ਵਾਲਾ ਜਿਹੜਾ ਕੀ ਹੈ ਵੇਵਲੇਟ ਹੈ, ਉਹ ਤਾਂ ਹਜੇ ਤੱਕ ਉਹਨੇ ਅਪਰੋਚ ਹੀ ਨਹੀਂ ਕੀਤਾ ਮਿਰਰ ਨੂੰ। ਇਹਦਾ ਮਤਲਬ ਕੀ ਹੋਏਗਾ, ਇਹਦਾ ਮਤਲਬ ਤਾਂ ਇਹ ਹੋਇਆ ਨਾ ਫਿਰ ਕਿ ਜਿਹੜਾ ਇਹ ਸੈਕੰਡਰੀ ਵਾਲਾ ਵੇਵਲੇਟ ਹੈ ਇਹ ਫਰਦਰ ਮੂਵ ਕਰ ਰਿਹਾ ਲਾਈਕ ਦਿਸ, ਐਨਰਜੀ ਇਸ ਤਰੀਕੇ ਨਾਲ ਜਾ ਰਹੀ ਹੈ। ਕਿਸੇ ਟਾਈਮ ਟੀ ਦੇ ਉੱਪਰ ਆ ਕੇ ਇਹ ਵੀ ਇਹਨੂੰ ਜਾ ਕੇ ਟਕਰਾਏਗਾ। ਸਪੋਜ਼ ਕਿਸੇ ਟਾਈਮ ਟੀ ਦੇ ਉੱਪਰ ਕਿੰਨੀ ਸਪੀਡ ਨਾਲ ਚੱਲ ਰਿਹਾ ਹੈ, c ਸਪੀਡ ਨਾਲ ਚੱਲ ਰਿਹਾ, ਕਿੰਨਾ ਡਿਸਟੈਂਸ ਟਰੈਵਲ ਕਰ ਰਿਹਾ, ਆਨਸਰ ਹੈ d1 ਡਿਸਟੈਂਸ ਟਰੈਵਲ ਕਰ ਰਿਹਾ। ਉਨੇ ਹੀ ਟਾਈਮ ਟੀ ਦੇ ਵਿੱਚ ਬੱਚੇ ਕੀ ਹੋਏਗਾ, ਜਿਹੜਾ ਬੀ ਵਾਲਾ ਜਿਹੜੀ ਮਤਲਬ ਵੇਵਲੇਟ ਕਹਿ ਲਓ ਜਾਂ ਜਿਹੜੀ ਡਿਸਟਰਬੈਂਸ ਹੈ ਉਹ ਇੱਥੋਂ ਕੀ ਹੈ ਕੈਰੀ ਫਾਰਵਰਡ ਹੋ ਜਾਏਗੀ, ਰਿਫਲੈਕਟ ਹੋ ਕੇ ਲਾਈਕ ਦਿਸ। ਸਪੋਜ਼ ਇਹ ਇੱਥੇ ਪਹੁੰਚ ਗਈ, ਮਤਲਬ ਟਾਈਮ ਟੀ ਦੇ ਵਿੱਚ ਕਿੰਨੀ ਸਪੀਡ ਦੇ ਨਾਲ, c ਸਪੀਡ ਦੇ ਨਾਲ, ਇਹਨੇ ਵੀ ਕਿੰਨਾ ਡਿਸਟੈਂਸ ਟਰੈਵਲ ਕੀਤਾ, ਸੇਮ ਹੀ ਕੀਤਾ, ਮਤਲਬ ਡਿਸਟੈਂਸ d1 ਹੈ ਜਿਹੜਾ ਉਹ ਇਕੁਅਲ ਟੂ ਕੀ ਹੋਊਗਾ d2। ਕਿਉਂ, ਕਿਉਂਕਿ ਸਪੀਡ ਵੀ ਸੇਮ ਹੈ, ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ ਵੀ ਆਪਾਂ ਨੂੰ ਦੇਖ ਰਹੇ ਹਾਂ। ਤਾਂ ਇਹਦਾ ਮਤਲਬ ਜੇ ਹੁਣ ਆਪਾਂ ਇੱਥੇ ਟੈਂਜੈਂਟ ਡਰਾ ਕਰ ਦਈਏ ਇਹਦੇ ਉੱਪਰ ਤਾਂ ਆਪਣੇ ਕੋਲ ਕੀ ਆ ਗਿਆ, ਇੱਕ ਵੇਵ ਫਰੰਟ ਆ ਗਿਆ, ਫਿਰ ਇੱਕ ਨਵਾਂ ਵੇਵ ਫਰੰਟ। ਤਾਂ ਜਿਹੜਾ ਬਲੈਕ ਪੈਨ ਨਾਲ ਮੈਂ ਨਜ਼ਰ ਬਣਾਇਆ ਇਹਨੂੰ ਬੋਲਦੇ ਬੱਚੇ ਅਸੀਂ ਇਨਸੀਡੈਂਟ ਵੇਵ ਫਰੰਟ, ਇਨਸੀਡੈਂਟ ਵੇਵ ਫਰੰਟ। ਜਿਹੜਾ ਮੈਂ ਇੱਥੇ ਲਿਖ ਰਿਹਾ c d ਦੇ ਨਾਲ, ਇਹ ਕਿਹੜਾ ਵੇਵ ਫਰੰਟ ਹੈ, ਇਹ ਵੇਵ ਫਰੰਟ ਹੈ, ਵੈਰੀ ਗੁੱਡ, ਦੈਟ ਇਜ਼ ਕਾਲਡ ਰਿਫਲੈਕਟਿਡ ਵੇਵ ਫਰੰਟ। ਤਾਂ ਆਪਾਂ ਵੇਵ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਜਿਹੜਾ ਵੇਵ ਫਰੰਟ ਹੈ, ਇੱਕ ਵੇਵ ਫਰੰਟ ਇਨਸੀਡੈਂਟ ਹੁੰਦਾ ਹੈ XY ਪਲੇਨ ਦੇ ਉੱਪਰ, ਫਿਰ ਉਹ ਵੇਵ ਫਰੰਟ ਰਿਫਲੈਕਟ ਕਰ ਜਾਂਦਾ ਹੈ, ਤੇ ਰਿਫਲੈਕਟਡ ਵਾਲੇ ਨੂੰ ਅਸੀਂ ਕੀ ਬੋਲਦੇ ਹਾਂ, ਰਿਫਲੈਕਟਿਡ ਵੇਵ ਫਰੰਟ। ਤੇ ਫਰਦਰ ਜਿਹੜੀ ਇਹ એનર્ਜੀ ਹੈ ਇਸ ਤਰੀਕੇ ਦੇ ਨਾਲ ਕੈਰੀ ਫਾਰਵਰਡ ਹੋਏਗੀ। ਧਿਆਨ ਰੱਖਣਾ ਹੈ ਜਿਹੜਾ ਇਹ ਐਂਗਲ ਹੈ ਬੱਚੇ, ਇਹ ਕਿੰਨਾ ਹੋਣਾ ਚਾਹੀਦਾ ਹੈ, 90 ਡਿਗਰੀ, ਮਤਲਬ એનર્ਜੀ ਦੀ ਡਾਇਰੈਕਸ਼ਨ, ਮਤਲਬ ਵੇਵ ਦੀ ਡਾਇਰੈਕਸ਼ਨ ਤੇ ਵੇਵ ਫਰੰਟ 'ਚ ਐਂਗਲ 90 ਡਿਗਰੀ ਹੋਣਾ ਚਾਹੀਦਾ। ਮੈਨੂੰ ਪਤਾ ਹੈ ਡਾਇਗਰਾਮ ਤੁਹਾਨੂੰ ਥੋੜੀ ਜੀ ਟਿਪੀਕਲ ਲੱਗ ਰਹੀ ਹੋਏਗੀ, ਬਟ ਇਹਦੀ ਟ੍ਰਿਕ ਆਪਣੇ ਕੋਲ ਬਹੁਤ ਅੱਛੀ, ਪਰ ਕੰਸੈਪਟ ਨੂੰ ਸਮਝੋ, ਠੀਕ ਹੈ ਜੀ। ਹੁਣ ਅਸੀਂ ਇਸ ਡਾਇਗਰਾਮ ਨੂੰ ਥੋੜ੍ਹਾ ਟ੍ਰਿਕ ਨਾਲ ਬਣਾਉਣੇ ਆ, ਤੇ ਫਿਰ ਇਹਦੇ ਵਿੱਚ ਕੁਝ ਐਂਗਲਸ ਨੇ, ਉਹ ਐਂਗਲਸ ਆਪਾਂ ਬਣਾ ਕੇ ਫਿਰ ਇਹਦਾ ਛੋਟਾ ਜਿਹਾ ਪ੍ਰੂਫ ਹੋ ਜਾਊਗਾ। ਦੇਖੋ ਸਮਝੋ, ਇੱਕ ਡਰਾਇੰਗ ਨਾ ਹਰ ਇੱਕ ਬੱਚੇ ਨੂੰ ਆਉਂਦੀ ਹੁੰਦੀ ਹੈ, ਇੱਕ ਡਰਾਇੰਗ ਉਹਨੇ ਆਪਣੀ ਲਾਈਫ ਦੇ ਵਿੱਚ ਸਭ ਨੇ ਬਣਾਈ ਹੁੰਦੀ ਹੈ, ਠੀਕ ਹੈ। ਚਾਹੇ ਕਿਸੇ ਡਰਾਇੰਗ ਵਧੀਆ, ਚਾਹੇ ਕਿਸੇ ਦੀ ਡਰਾਇੰਗ ਵਧੀਆ ਨਹੀਂ ਹੈਗੀ, ਬਟ ਇੱਕ ਡਰਾਇੰਗ ਬੇਸਿਕਲੀ ਸਭ ਨੇ ਬਣਾਈ ਹੁੰਦੀ ਹੈ। ਉਹ ਹੈਗੀ ਹੈ, ਹਾਂ ਕਈਆਂ ਦੇ ਦਿਮਾਗ 'ਚ ਤਾਂ ਆ ਵੀ ਰਹੀ ਹੋਣੀ ਹੈ, ਉਹ ਪਹਾੜਾਂ ਵਾਲੀ, ਪਹਾੜਾਂ ਦੇ ਵਿੱਚ ਇੱਕ ਝੋਪੜੀ ਜਿਹੀ ਬਣਾਉਣੀ ਹੈ ਨਾ, ਬਸ ਝੋਪੜੀ ਤਾਂ ਬਣਾਉਣੀ ਨਹੀਂ ਆਪਾਂ, ਮਤਲਬ ਆਪਾਂ ਹੱਟ ਤਾਂ ਬਣਾਉਣੀ ਨਹੀਂ ਆਪਾਂ, ਤਾਂ ਸਿਰਫ ਕੀ ਪਹਾੜ ਚਾਹੀਦੇ ਹਨ ਆਪਾਂ ਨੂੰ। ਦੇਖੋ ਕੀ ਕਰਨਾ ਬੱਚੇ, ਤੁਸੀਂ ਕੀ ਹੈ ਇੱਕ ਇਸ ਤਰੀਕੇ ਦੇ ਨਾਲ ਇੱਕ ਪਹਾੜ ਬਣਾ ਦੇਣਾ, ਸਿੰਪਲ ਹੈ। ਫਿਰ ਇੱਕ ਪਹਾੜ ਹੋਰ ਬਣਾ ਦੇਣਾ, ਬਸ ਧਿਆਨ ਇਹ ਰੱਖਣਾ ਕਿ ਦੋਨਾਂ ਦੇ ਜਿਹੜੇ ਪੁਆਇੰਟਸ ਨੇ, ਐਂਡਿੰਗ ਪੁਆਇੰਟਸ ਨੇ, ਉਹ ਕਾਮਨ ਹੋਣੇ ਚਾਹੀਦੇ ਆ। ਲਓ ਜੀ, ਬਸ ਫਿਰ ਤਾਂ ਕੁਝ ਵੀ ਨਹੀਂ ਕਰਨਾ। ਇੱਥੇ ਵੇਵਲੇਟ ਦਿਖਾਉਣਾ, ਇੱਕ ਵੇਵਲੇਟ ਤੁਸੀਂ ਇੱਥੇ ਦਿਖਾ ਦਿਓ, ਨਹੀਂ ਵੀ ਦਿਖਾਉਂਗਾ ਤਾਂ ਵੀ ਚੱਲ ਜਾਏਗਾ, ਕੋਈ ਦਿੱਕਤ ਨਹੀਂ। ਇੱਕ ਵੇਵਲੇਟ ਇੱਥੇ, ਠੀਕ ਹੈ। ਫਿਰ ਫਰਦਰ ਉਹਨੇ ਐਕਸਟੈਂਡ ਕਰ ਦਿਓ। ਲਓ ਜੀ,
बन गई डायग्राम। इत्थों एनर्जी आ रही है, ये कि अपने को एक ए बी इंसीडेंट वेव फ्रंट है, इस तरीके नाल एनर्जी रिफ्लैक्ट होकर जा रही है, ये अपने को एक सेकेंडरी वेव फ्रंट है। ठीक है, आ एंगल्स किन्ने किन्ने होंगे 90 90 के होंगे। हुण असीं की करना, इसका लॉ ऑफ रिफ्लैक्शन प्रूव करना है। तो लॉ ऑफ रिफ्लैक्शन के लिए सब तो पहले बच्चे असीं बी पॉइंट के उपर की ड्रॉ करांगे, नॉर्मल ड्रॉ करांगे, फिर एक असीं नॉर्मल ड्रॉ करना डी पॉइंट के उपर। हुण इंसीडेंट जो एनर्जी आ रही है, जो एनर्जी इंसीडेंट हो रही है, ਉਹਦਾ नॉर्मल के नाल एंगल कितना बनेगा, एंगल ऑफ आई। जी रिफ्लैक्टेड एनर्जी है ਉਹਦਾ ਜਿਹੜਾ एंगल बनेगा नॉर्मल N2 के नाल, वो कितना बनेगा R। असीं प्रूफ करना एंगल आई तो एंगल आर की ने इक्वल ने। तो बड़ा सिंपल है, देखो जी, अगर बच्चे ये वाला एंगल आई है ना, तो जोड़ा आ वाला एंगल है दिस एंगल, ये भी कितना होएगा आई होएगा। हुण तुसीं सोच रहे होंगे सर हाउ, तो वो मैं कहूँगा जस्ट 2 मिनट्स वेट कर लो। ठीक है, एक बार मैं कहता तुसीं मान लो लैफ्ट हैंड साइड एंगल आर है, तो ये वाला भी जो बच्चे एंगल आर है, ये वाला जो एंगल है ये भी एंगल आर होएगा। ठीक है, हुण किवें समझो, लॉजिक है, देखो कुछ भी आपां रट्टाफिकेशन नहीं करनी, लॉजिक लगाना है। लॉजिक की है, इस वाली डायग्राम के मैं थोड़ा जिहा बना के दिखा देना। सपोज आ नॉर्मल N1, ठीक है, आ एंगल आप अज्यूम किया, आई अज्यूम किया। अच्छा ओके, इस एंगल में मैं 1 एंगल लिख सकता, जो आ वाला एंगल बन रहा है इस एंगल में मैं 2 एंगल लिख सकता, तो जो ये वाला एंगल बन रहा बच्चे मैं एंगल 3 लिख सकता। थोड़ा इन्हू जूम कर लेंगे, इदा बन गया एंगल। अच्छा एंगल 1 तो एंगल 2 का सम देखो बच्चे कितना 90 डिग्री, वेरी गुड। एंगल 1 तो एंगल 2 कितना 90 डिग्री, ओके। अच्छा एंगल 2 तो एंगल 3 के विचकार एंगल कितना, आंसर है ये भी तो 90 डिग्री है। एंगल 2 तो एंगल 3 कितना 90 डिग्री, को नॉर्मल है। जे तो आ समझ लग गया तो समझ लो क्वेश्चन हो गया बहुत ईजी। दोबारा दस है, एंगल 1 तो एंगल 2 90 डिग्री क्यों है, क्योंकि हर एक वेव फ्रंट का वेव के नाल एंगल कितना होंदा 90 डिग्री, पढ़ के आए पिछे। तो नॉर्मल का वैसे ही सरफेस नाल एंगल कितना होंदा 90 डिग्री, तो एंगल 1 प्लस एंगल 2 का सम 90 डिग्री है। एंगल 2 तो एंगल 3 का सम भी 90 डिग्री है। दोनों राइट हैंड साइड इक्वल है, तो लैफ्ट हैंड साइड भी की होगी बच्चे इक्वल होगी। आ कैंसिल हो गया, तो एंगल 1 इक्वल टू की हो गया एंगल 3, बस। आ देखो ध्यान नाल डायग्राम के एंगल 3 आप किहड़ा अज्यूम किया, देखो आ एंगल 1 सीगा, ये एंगल 2 सीगा, तो ये एंगल सारा ये एंगल 3 है। ये मतलब एंगल 1 तो एंगल 3 की होंगे इक्वल होंगे। आ सच्ची लैफ्ट हैंड साइड है, उधर भी सेम तुम कंडीशन ले सकते हो। ठीक है, हुण अपने को ना 2 राइट एंगल ट्रायंगल्स बन रही हैं इन ट्रायंगल। एक तो ट्रायंगल अपने को बन रही है बी, हाँ एन बना लो ABD, एंड एक ट्रायंगल अपने को बन रही है बच्चे CBD। ABD CBD, 2 ट्रायंगल्स नजर आ रही हैं, एक ABD एक जी अपने को CBD। ओके, दोनों ट्रायंगल्स के जे असीं देखिए AD डिस्टेंस अपने को कितना सीगा D1, जो इक्वल टू सी है C इंटू टी। जी BC साइड है वह डिस्टेंस कितना D2 विच इज इक्वल टू अगेन C इंटू टी। ये मतलब तो सेम है, मतलब आप ये कह सकते हैं जो AD डिस्टेंस है वो इक्वल टू की होगा BC विच इज इक्वल टू की C इंटू टी। ओके फाइन, मतलब 2 ट्रायंगल्स या साइड्स तो सेम ने, मतलब एक साइड सेम है। अच्छा BD वैसे कॉमन है, BD कॉमन है ना, यूपी बड़ी BD कॉमन है। ठीक है, जस्ट फॉर अंडरस्टैंडिंग। ठीक है, BD कॉमन आ गई। ओके, जो बच्चे BD कॉमन आ गई। अच्छा एंगल A तो एंगल C है जो वो 90 डिग्री है। तो कितनी प्रॉपर्टीज़ देखिए जी, आप कि प्रॉपर्टी होल्ड हो रही है, आंसर है कॉन्ग्रुएंट वाली प्रॉपर्टी होल्ड हो रही है ना, क्योंकि 2 तो देखो साइड सेम हो गई, एक एंगल सेम हो गया। तो यदा मतलब की हो गया, यदा मतलब ये हो गया भी जी ट्रायंगल ABD है एक कॉन्ग्रुएंट है टू ट्रायंगल CBD। ट्रायंगल ABD कॉन्ग्रुएंट टू ट्रायंगल की है CBD। कॉन्ग्रुएंट ट्रायंगल्स किहड़ी होंदियां ने, ऐसे ट्रायंगल जिन्हां दे हर एक एंगल हर एक साइड्स की होंगियां सेम। तो बस देयरफॉर वी कैन से दैट एंगल I इक्वल टू की एंगल R, बस हैंस प्रूव्ड। देखो कितना सौखा है, बट डायग्राम ही है जिहदे विच बच्चे कोई कन्फ्यूज होंदे ने। डायग्राम की मैं तुहानूं शॉर्ट ट्रिक दसती, उस तो बाद इहदे विच कुछ भी नहीं है जी। 2 ट्रायंगल्स तुसीं कंसीडर करनियां ने, दोनों ट्रायंगल्स नूं की प्रूव करना है कॉन्ग्रुएंट, अगर प्रूव करदा कंप्लीट। ठीक है जी, तो अज लई फिर इन्ना ही करते आपां। नैक्सट क्लास में तुहानूं जिहड़ा कि रिफ्लैक्शन ऑफ लाइट का जो वेरीफिकेशन होगी तुहानूं मैं करवा दूँगा। थैंक यू, टेक केयर। कुछ भी ये समझ नहीं आया तो मेरे नाल जरूर डिस्कस करना है। ठीक है जी, थैंक यू।